ਸਾਹਿਬ ਸਕੂਲ ਚੋਂ ਰਿਟਾਇਰ ਹੈ ਜੀ। ਪ੍ਰਾਈਵੇਟ ਸਕੂਲ ਜਾਂ ਕਾਲਜ? ਸਰਕਾਰੀ ਸਕੂਲ ਦੇ ਵਿੱਚ ਸੇਵਾ ਮੁਕਤ ਐਤਕੀ ਫਰਵਰੀ ਦੇ ਵਿੱਚ। ਕਿੰਨੀ ਪੈਨਸ਼ਨ ਲੱਗੀ ਹੈ ਫਾਦਰ ਨੂੰ? ਫਾਦਰ ਦੀ ਕੁਛ ਮੈਨੂੰ ਇਹ ਪੱਕਾ ਪਤਾ ਨਹੀਂ ਰਹੀ, ਆਈਡੀਆ? ਅੰਦਾਜ਼ਾ ਉਹਦੀ ਚੇਂਜ ਕਰਤਾ ਜੀ, ਨੰਬਰ ਚੇਂਜ ਕਰਤਾ। ਕੋਈ ਟਿਕਟੌਕ ਤੇ, ਕੋਈ ਇੰਸਟਾਗ੍ਰਾਮ ਤੇ ਕੋਈ ਐਸੇ ਮੈਸੇਜ? ਸਾਰਾ ਜਿਹੜੇ ਟਿਕਟੌਕ ਤੇ ਮੈਂ ਇੱਕ ਦੋ ਵਿੱਚ ਵੀਡੀਓ ਭੇਜੀਆਂ, ਹਾਂ ਇਹ ਜਿਹੜਾ ਮੈਂ ਡਾਊਨਲੋਡ ਕੀਤਾ ਸੀ ਨਾ ਉਹ ਆ। ਇਹ ਸਾਨੂੰ ਮੈਨੂੰ ਇਹ ਟਿਕਟੌਕ ਤੇ ਐਡ ਨਹੀਂ ਕੀਤਾ ਜੀ। ਇਹ ਇਤਰਾਜ਼ ਮੈਂ ਨਹੀਂ ਚਲਾਉਂਦਾ ਸੀਗਾ। ਇੱਕ ਸ਼ਾਦੀशुदा ਲੜਕੀ आप करो प्रॉपर किस कुछ बोल रहे हैं। सो अर्शदीप ਤੁਹਾਨੂੰ ਅਸੀਂ ਕਾਲ ਕੀਤਾ ਹੈ ਔਰ ਤੁਸੀਂ ਸਾਡਾ ਫੋਨ ਗੱਲ ਕਰਕੇ ਫਿਰ ਹੈਂਗ ਅਪ ਕੀਤਾ ਜਿਸ ਕਰਕੇ ਅਸੀਂ ਇੱਕ ਵਿਟਨੈਸ ਤੌਰ ਤੇ ਤੁਹਾਨੂੰ ਅਸੀਂ ਕਾਲ ਕਰ ਰਹੇ ਹਾਂ। ਤੁਸੀਂ ਸਾਡਾ ਫੋਨ ਚੁੱਕ ਨਹੀਂ ਰਹੇ ਔਰ ਚੁੱਕਿਆ ਹੈ ਤਾਂ ਉਸ ਬਾਅਦ ਤੁਸੀਂ ਬੰਦ ਕਰ ਦਿੱਤਾ ਹੈ। ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਆ? ਸੈਟੀਸਫਾਈ ਨਹੀਂ ਹੋ ਜਿਹੜੇ ਨੇ ਪੇਪਰ ਲਾਏ ਨਾ, ਜਿਹੜੇ ਵੀ ਤੋੜੇ ਲਾਏ ਨੇ ਆਪਣੇ ਤੌਰ ਦੇ ਉੱਤੇ ਜੀ, ਉਹ ਸੈਟੀਸਫਾਈ ਆਪਣੇ ਵੈਸੇ ਨੂੰ ਸੈਟੀਸਫਾਈ ਨਹੀਂ ਕਰ ਸਕਿਆ। ਤੁਹਾਡੀ ਲੜਕੀ ਨੇ ਲੜਕੇ ਨੂੰ ਬਲੌਕ ਕਿਉਂ ਕੀਤਾ? ਇਮੀਗ੍ਰੇਸ਼ਨ ਦੇ ਵੱਲੋਂ ਜਵਾਬ ਚੱਲ ਰਿਹਾ, ਸਭ ਕੁਝ ਚੱਲ ਰਿਹਾ ਜੀ। ਤੇ ਉਹ ਮੈਸੇਜ ਕਰਦੇ ਨੇ ਸਾਰੇ, ਉਹਦੇ ਤੇ ਸਾਰਾ ਟੱਬਰ ਨੂੰ ਪਰੇਸ਼ਾਨ ਕਰ ਰਿਹਾ। ਪਰੇਸ਼ਾਨ ਕੌਣ ਕਰ ਰਿਹਾ? ਤੁਹਾਡਾ ਆਪਣੇ ਜਵਾਈ? ਜਵਾਈ ਵੀ ਕਰ ਰਿਹਾ, ਜਵਾਈ ਦਾ ਭਰਾ ਵੀ ਕਰ ਰਿਹਾ, ਜਵਾਈ ਦੀ ਭਰਜਾਈ ਵੀ ਕਰ ਹੋਈ। ਦੂਸਰੇ ਦਿਨ ਹੀ ਕੁੜੀ ਨੇ ਬਲੌਕ ਖੋਲਤਾ। ਓਕੇ, ਇਹਨਾਂ ਨੂੰ ਪੁੱਛ ਲਓ। ਇਹਨਾਂ ਕੋਲੇ ਅਸੀਂ ਫੈਮਿਲੀ ਮੈਂਬਰ ਗਏ, ਘਰ ਦੇ ਸੀ, ਇੱਕ ਦੋ ਮੋਹਤਵਾਰ ਬੰਦੇ ਸੀ। ਅਸੀਂ ਗਏ ਜਦੋਂ ਇਹਨਾਂ ਕੋਲੇ, ਇਹਨਾਂ ਨਾਲ ਗੱਲ ਕੀਤੀ। ਦੂਸਰੇ ਦਿਨ ਹੀ ਫਿਰ ਉਹਦੇ ਨਾਲ ਕੁੜੀ ਨਾਲ ਗੱਲ ਵੀ ਹੋਈ। ਉੱਥੇ ਇਹਨਾਂ ਨੇ ਕੁੜੀ ਨਾਲ ਗੱਲ ਵੀ ਕਰਾਈ। ਕਿ ਮੇਰੀ ਨਹੀਂ ਗੱਲ ਹੋਈ, ਸਾਡੇ ਮੋਹਤਵਾਰ ਇੱਕ ਬੰਦਾ ਸੀਗਾ ਉਹਦੇ ਨਾਲ ਗੱਲ ਹੋਈ, ਜਿਹੜਾ ਮੇਰਾ ਫੈਮਿਲੀ ਰਿਲੇਟਡ ਬੰਦਾ ਸੀਗਾ। ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਗੁਰਪ੍ਰੀਤ ਕਿੰਨੀ ਉਮਰ ਆਪ ਜੀ ਦੀ? ਸਰ ਮੇਰੀ 34-35 ਸਾਲ ਹੈ। 34-35 ਸਾਲ। ਕਿਹੜਾ ਜ਼ਿਲ੍ਹਾ ਹੈ? ਮੋਗਾ ਜੀ। ਪਿੰਡ ਕਿਹੜਾ ਤੁਹਾਡੇ ਮੋਗੇ ਚ? ਦੋਦਰ ਸਰਤੀ। ਦੋਦਰ। ਧਨਕੌਰ ਦੋਦਰ ਦੀ ਉਹ ਲੋਕ ਬੁਰੀਆਂ ਵਿੱਚ ਉਹ ਰਾਈਟਰ ਦਾ ਪਿੰਡ ਹੈ ਜਾਂ ਇਹ ਹੋਰ ਹੈ ਦੋਦਰ? ਹਾਂਜੀ ਉਹੀ ਪਿੰਡ ਹੈ। ਬਸ ਇਹ ਬਹੁਤ ਚਰਚਾ ਤੇ ਇੱਕ ਆਪਾਂ ਸਟੋਰੀ ਕਵਰ ਕੀਤੀ ਸੀ ਧੱਤੂ ਵਾਲੀ ਜੀ। ਇਹ ਉਹ ਪਿੰਡ ਹੈ ਜੀ, ਧੱਤੂ ਵਾਲਾ ਦੋਦਰ ਹੈ ਜੀ। ਅੱਛਾ, ਸੋ ਦੋਦਰ ਪਿੰਡ ਹੈ। ਤਹਿਸੀਲ ਕਿਹੜੀ ਤੁਹਾਡੀ? ਸਰ ਮੋਗਾ। ਓਕੇ ਗੁਰਪ੍ਰੀਤ, ਤੁਹਾਡੀ ਮਾਤਾ ਦਾ ਨਾਮ, ਪਿਤਾ ਨਾਮ ਕੀ ਹੈ? ਫਾਦਰ ਨਾਮ? ਮੇਰੇ ਫਾਦਰ ਸਾਹਿਬ ਦਾ ਨਾਮ ਜਗਦੇਵ ਸਿੰਘ। ਜਗਦੇਵ? ਹਾਂਜੀ। ਮਾਤਾ ਜੀ? ਅਮਰਜੀਤ। ਕਿੰਨੇ ਭੈਣ ਭਰਾ ਹੋ? ਅਸੀਂ 3 ਬ੍ਰਦਰ ਹੀ ਹਾਂ ਜੀ। ਉਹ ਛੋਟੇ ਨੇ ਵੱਡੇ ਨੇ? ਇੱਕ ਵੱਡਾ ਜੀ, ਇੱਕ ਛੋਟਾ। ਤੁਹਾਡੀ ਕਾਸਟ ਕੀ ਹੈ? ਅਸੀਂ ਰਵਿਦਾਸ ਸਿੱਖ ਜੀ। ਗੁਰਪ੍ਰੀਤ, ਅਸੀਂ ਸਟੋਰੀ ਨੂੰ ਪ੍ਰੋਸੀਡ ਕਰਨ ਤੋਂ ਪਹਿਲਾਂ ਆਗੇ ਲੈਣੀ ਚਾਹਾਂਗੇ ਕਿ ਅਸੀਂ ਹਰ ਟੈਕਨੋਲੋਜੀ ਤੇ ਨੂੰ ਟੈਲੀਕਾਸਟ ਬ੍ਰੌਡਕਾਸਟ ਕਰਨ ਜਾ ਰਹੇ ਹਾਂ। ਸਾਡੇ ਕੋਲ ਪੂਰੇ ਹੱਕ ਨੇ ਇਹਨੂੰ ਅਸੀਂ YouTube ਤੇ Facebook ਤੇ ਪਾਉਣ ਦੇ। ਸੇ ਯੈਸ অর ਨੋ? ਹਾਂਜੀ ਪਾ ਦੋ, ਕੋਈ ਗੱਲ ਨਹੀਂ ਜੀ। ਪਲੀਜ਼ ਪ੍ਰੋਸੀਡ। ਗੁਰਪ੍ਰੀਤ, ਤੁਹਾਡੇ ਨਾਲ ਧੋਖਾ ਹੋਇਆ, ਤੁਹਾਡੀ ਸ਼ਾਦੀ ਹੋਈ ਜਾਂ ਤੁਹਾਡੀ ਬਰਬਾਦੀ ਹੋਈ? ਸਰ ਮੇਰੀ ਮੈਰਿਜ ਹੋਈ ਸੀ 2015 ਦੇ ਵਿੱਚ। ਨਹੀਂ, ਇਹਨੂੰ ਸ਼ਾਦੀ ਤੁਸੀਂ ਕਹੋਗੇ ਜਾਂ ਬਰਬਾਦੀ ਕਹੋਗੇ? ਸਮਝ ਲਓ ਬਰਬਾਦ ਹੋਈ ਹੈ। 6 ਸਾਲ 15 ਦੇ ਵਿੱਚ ਮੈਰਿਜ ਹੋਈ ਆ। 17 ਦੇ ਵਿੱਚ ਮੈਂ ਇਹਨੂੰ ਆਪਣੇ ਆਪ ਆਈਲੈਟਸ ਕਰਵਾਇਆ ਆਪਦੇ ਵੱਲੋਂ। ਓਕੇ। ਤੇ ਫਿਰ ਇਹਨੂੰ ਬਾਹਰ ਭੇਜਿਆ। ਇਹਦੇ ਵੀ ਮੈਂ ਪੜ੍ਹਨਾ ਹੋਲਡ ਔਨ। ਤੁਸੀਂ ਸ਼ਾਦੀ ਤੁਹਾਡੀ ਲਵ ਮੈਰਿਜ ਸੀ? ਨਹੀਂ ਜੀ, ਅਰੇਂਜ ਮੈਰਿਜ। ਅਰੇਂਜ ਮੈਰਿਜ ਸੀ। ਜਿਸ ਲੜਕੀ ਨਾਲ ਸ਼ਾਦੀ ਹੋਈ ਨਾ ਅਰਸ਼ਦੀਪ ਕੌਰ ਹੈ। ਇਹ ਅਰਸ਼ਦੀਪ ਕੌਰ ਜਿਹੜੀ ਆ ਤੁਹਾਨੂੰ ਕਿਹੜੇ ਪਿੰਡ ਦੀ ਆ? ਇਹ ਲੁਧਿਆਣੇ ਹੈ ਜੀ, ਸ਼ਹੀਦ ਕਰਨੈਲ ਸਿੰਘ ਜੀ ਕਾਲਜ ਦੇ ਨੇੜੇ। ਇਹ ਅਰਸ਼ਦੀਪ ਕੌਰ ਤੈਨੂੰ ਫਸਟ ਤੇ ਲਈ, ਅਰਸ਼ ਤੋਂ ਫਸਟ ਤੇ ਲਿਆਉਣ ਵਾਲੀ ਇਹ ਕੁੜੀ। ਸੋ ਇਹ ਲੜਕੀ ਤੁਹਾਨੂੰ ਮਿਲੀ ਕਿਵੇਂ? ਸਰ ਮੇਰਾ ਛੋਟਾ ਬ੍ਰਦਰ ਪ੍ਰਾਈਵੇਟ ਜੌਬ ਕਰਦਾ ਜੀ ਹਸਪੀਟਲ ਦੇ ਵਿੱਚ। ਕਿਹੜੇ ਹਸਪੀਟਲ? ਓਕੇ। ਤੇ ਉੱਥੇ ਉਹਨਾਂ ਦੇ ਕੋਈ ਸਟਾਫ ਨਰਸ ਸੀਗੀ ਸੀਨੀਅਰ। ਉਹਨਾਂ ਨੇ ਇਹ ਚਾਚੇ ਨਾਲ ਰਿਲੇਟਿਵ ਸੀਗੇ, ਉਹਨਾਂ ਥਰੂ ਹੋਈ ਸੀ। ਓਕੇ, ਤੁਸੀਂ ਇਹਨੂੰ ਦੇਖਿਆ ਸ਼ਾਬਿਆ ਤੋਂ ਪਹਿਲਾਂ? ਸਰ ਹਾਂਜੀ, ਇਹ ਪਹਿਲਾਂ ਇਹ ਆਈ ਸੀ ਸਾਡੇ ਘਰੇ ਤੁਹਾਨੂੰ ਦੇਖਣ। ਹਾਂਜੀ। ਆਮ ਤਾਂ ਮੁੰਡੇ ਵਾਲੇ ਦੇਖਣ ਕੁੜੀ ਵਾਲਿਆਂ ਨੂੰ, ਤੇ ਕੁੜੀ ਦੇਖਣਾ ਹੀ ਮੁੰਡੇ ਵਾਲਿਆਂ ਨੂੰ। ਕਮਾਲ ਦੀ ਗੱਲ ਹੈ। ਇਹ ਮੈਨੂੰ ਦੇਖਣ ਆਈ ਸੀਗੇ ਮੁੰਡੇ। ਅੱਛਾ, ਤੁਹਾਡੀ ਹਾਈਟ ਕਿੰਨੀ ਹੈ? ਮੇਰੀ ਹਾਈਟ ਹੈਗੀ ਹੈ ਜੀ 5 ਫੁੱਟ 9, 9.5। ਤੁਸੀਂ ਸਪੀਕਰ ਔਨ ਕੀਤਾ ਆਪਣੇ ਫੋਨ ਦਾ? ਬੰਦ ਕਰੋ ਇਹਨੂੰ ਪਲੀਜ਼।
ਨਹੀਂ ਸਰ, ਮੇਰਾ ਸਪੀਕਰ ਨਹੀਂ, ਤੁਹਾਡੇ ਇਧਰ ਬੈਕ ਆ ਰਹੀ ਆਵਾਜ਼। ਸੋ ਸਭ ਚੈੱਕ ਕਰੋ ਆਪਣੇ ਸਿਸਟਮ ਨੂੰ ਪਲੀਜ਼। ਨੈਟਵਰਕ ਜਦੋਂ ਫਲਕਚੁਏਟ ਹੁੰਦਾ ਜੀ ਉਦੋਂ ਆ ਝੌਂ ਜਿਹੀ ਦੀ ਆਵਾਜ਼ ਆਉਂਦੀ ਆ, ਹੁਣ ਨਹੀਂ ਆਊਗੀ ਇਹ। ਗੱਪੀ ਤੇ ਤੁਹਾਡੀ ਸ਼ਾਦੀ 2015 ਕਿਹੜੇ ਮਹੀਨੇ ਵਿੱਚ ਹੁੰਦੀ, ਕਿ ਡੇਟ ਨੂੰ ਹੁੰਦੀ ਆ? 31 ਮਈ 2015। ਧੂਮਧਾਮ ਨਾਲ ਸ਼ਾਦੀ ਕੀਤੀ ਜਾਂ ਫਿਰ ਥੋੜੇ ਬੰਦੇ ਲਿਮਟਿਡ ਸੀਗੇ? ਨਹੀਂ ਸਰ, ਉਦੋਂ ਪੂਰੀ ਦਰਗਾਹ ਸ਼ੁਰੂ। ਓਕੇ, ਸੋ ਤੁਸੀਂ ਕੀ ਕੰਮ ਕਰਦੇ ਹੋ? ਸਰ ਮੈਂ ਮਕੈਨਿਕ, ਏਸੀ ਮਕੈਨਿਕ। ਏਸੀ ਮਕੈਨਿਕ। ਤੁਹਾਡੇ ਘਰਦਿਆਂ ਦਾ ਕੀ ਕਾਰੋਬਾਰ ਹੈ? ਸਰ ਮੇਰੇ ਫਾਦਰ ਸਾਹਿਬ ਸਕੂਲ ਚੋਂ ਰਿਟਾਇਰ ਹੈ ਜੀ। ਪ੍ਰਾਈਵੇਟ ਸਕੂਲ ਜਾਂ ਕਾਲਜ? ਸਰਕਾਰੀ ਗਵਰਨਮੈਂਟ ਸਕੂਲ ਦੇ ਵਿੱਚ ਸੇਵਾ ਮੁਕਤ ਐਤਕੀ ਫਰਵਰੀ ਦੇ ਵਿੱਚ। ਕਿੰਨੀ ਪੈਨਸ਼ਨ ਲੱਗੀ ਹੈ ਫਾਦਰ ਨੂੰ? ਫਾਦਰ ਦੀ ਕੁਛ ਮੈਨੂੰ ਇਹ ਪਤਾ ਨਹੀਂ ਗਈ, ਆਈਡੀਆ? ਅੰਦਾਜ਼ਾ 20+ ਹੈ ਜੀ। ਤੇ ਉਹ ਪੇ ਕਿੰਨੀ ਲੈਂਦੇ ਸੀ? ਸਰ ਐਵੇਂ ਕਦੇ ਪੁੱਛੇ ਨਹੀਂ ਗਈ। ਜਿਸ ਪੁੱਛੇ ਮੈਂ ਸਕੂਲ ਪ੍ਰਾਈਵੇਟ ਸੇ ਮਤਲਬ ਸਕੂਲ ਗਵਰਨਮੈਂਟ ਦਾ ਸਕੂਲ? ਸਰਕਾਰੀ ਸਕੂਲ ਦੇ ਵਿੱਚ। ਹੁਣੇ ਰਿਟਾਇਰ ਹੋਏ ਨੇ ਉਹ? ਹਾਂਜੀ 2022 ਦੇ ਵਿੱਚ। ਕਿਹੜੇ ਸਕੂਲ ਸੀਗੇ? ਆਪਣੇ ਮਤਲਬ ਸਕੂਲ ਜਿਹੜੇ ਪ੍ਰਾਇਮਰੀ ਸਕੂਲ ਸੀ? ਨਹੀਂ ਸਰਕਾਰੀ ਸੀਨੀਅਰ ਹਾਈ ਸਕੂਲ ਸੀ। ਸੋ ਇਹ ਕਿਵੇਂ ਹੋ ਸਕਦਾ ਕਿ 20,000 ਪੈਨਸ਼ਨ ਹੋਵੇ? ਨਹੀਂ ਇਹ ਹੋ ਸਕਦਾ। ਘੱਟ ਤੋਂ ਘੱਟ ਤੁਹਾਡੇ ਫਾਦਰ ਦੀ ਪੇ ਜਿਹੜੀ ਹੈ 70-80 ਹਜ਼ਾਰ ਰੁਪਇਆ ਹੋਵੇਗੀ ਮਹੀਨੇ ਦੀ। ਹਾਂਜੀ 20,000? ਨਹੀਂ 20,000 ਹੀ ਹੈ ਜੀ। ਪੇ ਕਿੰਨੀ ਸੀਗੀ ਫਾਦਰ ਦੀ? ਫਾਦਰ ਤੇਰੀ ਪੇ ਕਿੰਨੀ ਸੀ ਤੁਹਾਡੀ? ਮੇਰੀ ਸੀਗੀ 47 ਸੀਗੀ। ਇੰਨੀ ਘੱਟ ਕਿਉਂ? ਸਰ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੀ। ਕਿੰਨਾ ਸਮਾਂ ਪੜਾਇਆ ਉਹਨਾਂ ਨੇ? ਨਹੀਂ ਸੇਵਾ ਮੁਕਤ ਦਰਜਾ 4 ਤੇ ਸੀਗੇ। ਨਹੀਂ ਟੀਚਰ ਸੀਗੇ ਜਾਂ ਸਕੂਲ ਦੇ ਵਿੱਚ ਐਜ਼ ਕਲਾਸ? ਸਕੂਲ ਦੇ ਵਿੱਚ 4 ਦਰਜਾ ਕਲਾਸ ਹੁੰਦੇ ਜੀ, ਪੀਐਨ। ਹਾਂ ਪੀਐਨਸੀ ਟੀਚਰ ਨਹੀਂ ਸੀ ਨਾ? ਹਾਂਜੀ ਮੈਂ ਜਿਸ ਕਰਕੇ ਕਿਹਾ ਪੀਐਨ ਸੀਗੇ ਤੁਹਾਡੇ ਫਾਦਰ। ਐਨੀਵੇ ਓਕੇ, ਤੁਹਾਡੀ ਸ਼ਾਦੀ ਹੁੰਦੀ ਹੈ 2015 ਦੇ ਵਿੱਚ, ਤੇ ਤੁਹਾਡੀ ਇਹ ਉਦੋਂ ਇਹ ਅਰਸ਼ਦੀਪ ਕੌਰ ਨੇ ਆਇਲਟ ਕੀਤੀ ਹੋਈ ਸੀਗੀ? ਨਹੀਂ ਸਰ। ਤੁਹਾਨੂੰ ਪਤਾ ਸੀ ਕਿ ਆਇਲਟ ਕਰਨੀ ਹੈ ਨੇ? ਸਰ ਉਦੋਂ ਇਹ ਪ੍ਰਾਈਵੇਟ ਜੌਬ ਕਰਦੇ ਸੀ, ਜੀਐਨਐਮ ਕੀਤੀ ਸੀ ਇਹਨਾਂ ਨੇ ਪਹਿਲਾਂ। ਨਹੀਂ ਮਤਲਬ ਤੁਸੀਂ ਆਲਰੇਡੀ ਪਤਾ ਸੀ ਕਿ ਅਸੀਂ ਕੈਨੇਡਾ ਜਾਣਾ, ਜਿਸ ਕਰਕੇ ਮੈਂ ਸ਼ਾਦੀ ਕਰਾਉਣੀ ਆ ਤੇ ਮੈਨੂੰ ਸ਼ਾਦੀ ਕਰਾਉਣ ਮੈਂ ਕੈਨੇਡਾ ਚੱਲ ਜਾਊਂਗਾ, ਕਿ ਇਹਨੂੰ ਆਇਲਟ ਕਰ? ਇਹਨਾਂ ਨੇ ਕਿਹਾ ਸੀ ਕਿ ਮੈਂ ਅੱਗੇ ਪੜ੍ਹਨਾ। ਹਾਂ ਤੇ ਇਸ ਲਈ ਵੀ ਟਾਈਮ ਬਾਅਦ ਚੋਂ ਕਰਵਾਇਆ ਜੀ ਗੁੱਡੀ ਨੂੰ? ਹਾਂਜੀ ਇਹਨਾਂ ਨੂੰ ਮੈਂ ਬਾਅਦ ਵਿੱਚ ਜਾਨੀ ਕਿ ਆਈਲੈਟਸ ਕਰਵਾਇਆ ਸੀ ਆਪ। ਓਕੇ, ਸੋ ਆਇਲਟ ਕਰਾਇਆ ਤੁਸੀਂ, ਸ਼ਾਦੀ ਤੋਂ ਬਾਅਦ ਕਿੰਨਾ ਸਮਾਂ ਇਕੱਠੇ ਰਹੇ ਆ? ਸੋ ਮੰਨ ਕੇ ਚੱਲੋ ਜੀ 1 ਸਾਲ 11 ਮਹੀਨੇ। ਆਲਮੋਸਟ 2 ਸਾਲ ਤੁਸੀਂ ਇਕੱਠੇ ਰਹੇ, ਤੇ ਉਸ ਤੋਂ ਬਾਅਦ ਆਇਲਟ ਕਰਾ ਕੇ ਤੁਸੀਂ ਇਹਨਾਂ ਨੂੰ ਕੈਨੇਡਾ ਭੇਜ ਦਿੱਤਾ? ਹਾਂਜੀ। ਤਾਂ ਫੀਸ ਤੁਸੀਂ ਸਾਰੀ ਲਾਈ ਆ, ਸਾਰਾ ਖਰਚਾ ਤੁਸੀਂ ਕੀਤਾ ਆ? ਆਈਲੈਟਸ ਦੀ ਮੈਂ ਕਰਵਾਈ ਜੀ, ਸਾਰਾ ਖਰਚਾ ਮੈਂ ਕੀਤਾ ਜੀ। ਕਿੰਨਾ ਖਰਚਾ ਆ ਗਿਆ ਤੁਹਾਡਾ? ਸਰ ਜਿੱਥੇ ਤੱਕ ਮੇਰੇ ਕੋਲ ਰਿਕਾਰਡ ਆਈ 32 ਤੋਂ 35 ਲੱਖ ਤਾਂ ਮੇਰੇ ਕੋਲ ਰੀਅਲ ਰਿਕਾਰਡ ਹੈਗਾ ਜੀ। 35 ਲੱਖ ਰੁਪਈਆ? 35 ਲੱਖ ਤੇ ਲੱਗ ਗਿਆ ਸਰ। ਪਹਿਲਾਂ ਆਈਲੈਟਸ ਕਰਵਾਈ ਜੀ, ਹਾਂ, ਫਿਰ ਜੀਆਈਸੀ ਭਰੇ, ਓਕੇ, ਫਿਰ 3 ਵਾਰੀ ਆਈਲੈਟਸ ਕਰਵਾਈ ਜੀ, ਤੀਜੀ ਵਾਰ ਆਈਲੈਟਸ ਕਲੀਅਰ ਹੋਈ। ਸੋ ਇਹ ਲੜਕੀ ਕਦੋਂ ਕੈਨੇਡਾ ਵਿੱਚ ਆਉਂਦੀ ਆ? ਇਹ ਅਪ੍ਰੈਲ 6 ਅਪ੍ਰੈਲ 2017 ਸੀ। 2017 ਵਿੱਚ ਆਉਂਦੀ ਆ। 에어ਪੋਰਟ ਤੁਸੀਂ ਡ੍ਰੌਪ ਕਰਕੇ ਗਏ ਹੋ? ਹਾਂਜੀ ਸਾਰੀ ਫੈਮਿਲੀ, ਮੇਰੀ ਫੈਮਿਲੀ, ਇਹਨਾਂ ਦੀ ਫੈਮਿਲੀ, ਮੇਰੇ ਫਾਦਰ ਨੇ ਲਓ ਸਾਰੇ। ਕਿੰਨੇ ਸਮਾਂ ਬੋਲੀ ਆਣ ਕੇ? ਤੁਸੀਂ ਬੱਚਾ ਵੀ ਕੋਲਿਆ 2 ਸਾਲ ਚ? ਨਹੀਂ ਜੀ ਰੀਜਨ? ਸਰ ਮੇਰੇ ਤੇ ਬਲੇਮ ਲੱਗਾ। ਕਾਹਦਾ? ਇਹ ਕਹਿੰਦੇ ਵੀ ਅਬੋਰਸ਼ਨ ਕਰਵਾਤਾ। ਇਹਦੀ ਭੈਣ ਨੇ ਮੇਰੇ ਤੇ ਬਲੇਮ ਲਾਇਆ, ਉਹਦਾ ਨਾਮ ਹੈ ਸੋਨਮ। ਨਹੀਂ ਬੱਚਾ ਹੋਇਆ ਸੀਗਾ? ਇਹ ਸਰ ਜੇ ਮੈਨੂੰ ਪਤਾ ਹੁੰਦਾ ਫੇਰ ਹੀ। ਮੈਨੂੰ ਇਹਨਾਂ ਨੇ ਬਲੇਮ ਕੀਤਾ ਵੀ ਇਹਨਾਂ ਨੇ ਅਬੋਰਸ਼ਨ ਕਰਵਾਤਾ, ਮੁੰਡੇ ਨੇ ਅਬੋਰਸ਼ਨ ਕਰਵਾਤਾ। ਨਹੀਂ ਮੇਰੇ ਕਹਿਣ ਭਾਵ ਹੈ ਕਿ ਤੁਹਾਡੀ ਵਾਈਫ ਪ੍ਰੈਗਨੈਂਸੀ ਦੀ ਹਾਲਤ ਵਿੱਚ ਸੀ? ਸਰ ਜਦੋਂ ਇਹਨਾਂ ਨੇ ਬਾਹਰ ਜਾਣਾ ਸੀ ਨਾ, ਉਦੋਂ 15 ਦਿਨ ਪਹਿਲਾਂ ਇਹ ਕਹਿੰਦੇ ਸੀਗੇ ਜੀ ਕਿ ਇਹ ਚੀਜ਼ ਮੇਰੇ ਤੇ ਬਲੇਮ ਲੱਗਾ। 15 ਦਿਨ ਪਹਿਲਾਂ ਕੀ ਕਲੇਮ ਕੀਤਾ ਤੁਹਾਡੀ ਵਾਈਫ ਨੇ 15 ਦਿਨ ਪਹਿਲਾਂ? ਹਾਂਜੀ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਾ ਜਦੋਂ। ਸਰ ਹੁਣ ਕਹਿੰਦਾ ਸੀ ਜਦੋਂ ਸਾਡਾ ਕਿਸੇ ਪਾਸੇ ਨਹੀਂ ਹੱਲ ਹੋਇਆ। ਮੇਰਾ ਸਵਾਲ ਜਿਹੜਾ ਉਹ ਜਵਾਬ ਦਿਓ, ਕੰਪਲੀਕੇਟ ਨਾ ਕਰੋ। ਕਿ 15 ਦਿਨ ਪਹਿਲਾਂ ਕੀ ਪਤਾ ਲੱਗਾ, ਕਾਹਦਾ ਪਤਾ ਲੱਗਾ ਤੁਹਾਨੂੰ? ਸਰ ਇਹਨਾਂ ਨੇ ਮੈਨੂੰ ਦੱਸਿਆ ਵੀ ਜਾਣ ਤੋਂ 15 ਦਿਨ ਪਹਿਲਾਂ ਵੀ ਮੁੰਡੇ ਨੇ ਅਬੋਰਸ਼ਨ ਕਰਵਾਤਾ ਕੁੜੀ ਦਾ।
ਜਿਹੜੇ ਕਿ ਬੱਚਾ ਮਤਲਬ ਤੁਹਾਡੀ ਵਾਈਫ ਜਿਹੜੀ ਬੱਚੇ ਦੀ ਮਾਂ ਬਣਨ ਵਾਲੀ ਸੀਗੀ ਤੇ ਤੁਸੀਂ ਅਬੋਰਸ਼ਨ ਕਰਾਇਆ ਜਾਂ ਕਿ ਤੁਹਾਨੂੰ ਪਤਾ ਹੀ ਨਹੀਂ ਇਹਦੇ ਬਾਰੇ। ਹਾਂਜੀ ਸੋ 2017 ਵਿੱਚ ਕੈਨੇਡਾ ਦੇ ਕਿਹੜੇ ਸ਼ਹਿਰ ਵਿੱਚ ਆਉਂਦੀ ਤੁਹਾਡੀ ਵਾਈਫ? ਸਰ ਟੋਰਾਂਟੋ ਦੇ ਵਿੱਚ। ਹੁਣ ਪੀਆਰ ਹੋ ਚੁੱਕੀ ਆ? ਸਰ 2017 ਤੇ ਗਈ ਆ, ਹਜੇ ਤੱਕ ਮੈਨੂੰ ਕੋਈ 2 ਸਾਲ ਹੋ ਗਏ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ। ਤੁਹਾਡੇ ਨਾਲ ਆਖਰੀ ਗੱਲ ਕਦੋਂ ਕੀਤੀ ਯਾਰ? ਕਿੰਨੇ ਸਾਲ ਗੱਲ ਕਰਦੀ ਰਹੀ ਆ? ਸਰ ਜਦੋਂ ਇਹ ਗਏ 8 ਮਹੀਨੇ ਪੂਰੀ ਵਧੀਆ ਗੱਲ ਹੋਈ। ਪੂਰੀ ਵਧੀਆ, ਕੋਈ ਇਹੋ ਜਿਹੀ ਕੋਈ ਚੱਕਰ ਨਹੀਂ, ਕੋਈ ਗੱਲ ਨਹੀਂ ਸੀ। 8 ਮਹੀਨੇ ਪੂਰੀ ਵਧੀਆ ਗੱਲ ਹੋ ਗਈ। ਮਗਰੋਂ ਜਦੋਂ ਵੀਸਾ ਹੁਸਾ ਸਾਰਾ ਕੁਛ ਹੋ ਗਿਆ, ਇਹਨਾਂ ਨੇ ਹੌਲੀ ਹੌਲੀ ਮੇਰੇ ਨਾਲ ਗੱਲ ਘਟਾਤੀ, ਮੈਨੂੰ ਬਲੌਕ ਕਰਤਾ। ਹੁਣ ਤੁਹਾਡੀ ਲਾਸਟ ਗੱਲ ਕਦੋਂ ਹੋਈ ਹੈ ਇਹਦੇ ਨਾਲ? ਸਰ ਕਮ ਸੇ ਕਮ ਜੇ ਸਾਲ ਤੋਂ ਉੱਤੇ ਹੋ ਗਏ। ਤੁਸੀਂ ਇਹਦੇ ਮਾਂ-ਬਾਪ ਨਾਲ ਕੋਸ਼ਿਸ਼ ਕੀਤੀ? ਇੱਕ ਵਾਰੀ ਮਾੜੀ ਮੋਟੀ ਗੱਲ ਹੋਈ, ਪਰ ਇਸ ਤੋਂ ਬਾਅਦ ਇਹਨੇ ਕੋਈ ਰਿਸਪੌਂਸ ਹੀ ਨਹੀਂ ਦਿੰਦੀ ਸੀ। ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਵਾਈਫ ਜਿਹੜੀ ਕਿਸੇ ਹੋਰ ਮੁੰਡੇ ਨਾਲ ਉਹਨੇ ਸਕੈਮ ਕਰ ਲਿਆ? ਸਰ ਕੁਛ ਕਹਿ ਨਹੀਂ ਸਕਦੇ ਕਿਉਂਕਿ ਜਦੋਂ ਗੱਲ ਹੀ ਨਹੀਂ ਹੁੰਦੀ। ਤੁਹਾਨੂੰ ਕੋਈ ਸ਼ੱਕ ਨਹੀਂ ਗੀ? ਸ਼ੱਕ ਸਰ ਪਤਾ ਕੀ ਗੱਲ ਹੋਈ, ਮੈਂ ਜਦੋਂ ਵੀ ਫੋਨ ਕਰਦਾ ਸੀ ਇਹਦਾ ਫੋਨ ਬਿਜ਼ੀ ਆਉਂਦਾ ਸੀ ਤੇ ਇਹਨੇ ਉਹ ਫੋਨ ਵੀ ਚੇਂਜ ਕਰਤਾ ਸੀ, ਨੰਬਰ ਚੇਂਜ ਕਰਤਾ ਸੀ। ਕੋਈ ਟਿਕਟੌਕ ਤੇ, ਕੋਈ ਇੰਸਟਾਗ੍ਰਾਮ ਤੇ ਕੋਈ ਐਸੇ ਮੈਸੇਜ? ਸਾਰਾ ਜਿਹੜੇ ਟਿਕਟੌਕ ਤੇ ਮੈਂ ਇੱਕ ਦੋ ਵਿੱਚ ਵੀਡੀਓ ਭੇਜੀਆਂ, ਹਾਂ ਇਹ ਜਿਹੜਾ ਮੈਂ ਡਾਊਨਲੋਡ ਕੀਤੀਆਂ ਸੀ ਨਾ ਉਹ ਆ। ਸੋ ਇਹ ਤੁਹਾਨੂੰ ਮੈਨੂੰ ਇਹਨੇ ਟਿਕਟੌਕ ਤੇ ਐਡ ਨਹੀਂ ਕੀਤਾ ਜੀ। ਇਹ ਇਤਰਾਜ਼ ਮੈਂ ਨਹੀਂ ਚਲਾਉਂਦਾ ਸੀਗਾ। ਇੱਕ ਸ਼ਾਦੀशुदा ਲੜਕੀ ਇਹੋ ਜਿਹੀ ਟਿਕਟੌਕ ਬਣਾਵੇ ਤਾਂ ਉਹਦਾ ਆਦਮੀ ਕਿਵੇਂ ਐਕਸੈਪਟ ਕਰ ਸਕਦਾ? ਸਰ ਇਹ ਤਾਂ ਮੈਂ ਪੁੱਛਿਆ, ਇਹਨਾਂ ਦੀ ਫੈਮਿਲੀ ਨਾਲ ਵੀ ਗੱਲ ਕੀਤੀ ਸੀ, ਇਹਨਾਂ ਦੀ ਫੈਮਿਲੀ ਨੇ ਵੀ ਕੋਈ ਰਾਹ ਨਹੀਂ ਦਿੱਤਾ। ਇਹਦੀ ਭੈਣ ਕੋਲ ਵੀ ਗਏ, ਇਹਦੀ 2 ਸਿਸਟਰ ਵੱਡੀਆਂ ਤੋਂ ਉਹਨਾਂ ਦੋਨਾਂ ਕੋਲੇ ਗਏ, ਇਹਦੇ ਫਾਦਰ ਕੋਲ ਵੀ ਗਏ, ਕੋਈ ਰਾਹ ਨਹੀਂ ਦਿੱਤਾ ਇਹਨਾਂ ਨੇ। ਓਕੇ, ਸੋ ਹੁਣ ਤੁਸੀਂ ਆਪਣੇ ਸੱਸ ਸਹੁਰੇ ਨਾਲ ਗੱਲ ਕਰ ਚੁੱਕੇ ਹੋ? ਸਰ ਉਹਨਾਂ ਕੋਲੇ ਅਸੀਂ ਬਹੁਤ ਵਾਰੀ ਗਏ, ਅਸੀਂ ਪਿੰਡ ਦੇ 2-4 ਬਹੁਤ ਵਾਰ ਬੰਦੇ ਵੀ ਗਏ। ਜਦੋਂ ਇਹਨਾਂ ਦੀ ਫੈਮਿਲੀ ਕੋਲੇ ਗਏ, ਇਹ ਪਹਿਲਾਂ ਮੈਨੂੰ ਬਲੌਕ ਕੀਤਾ ਸੀ ਨੰਬਰ। ਜਦੋਂ ਇਹਨਾਂ ਦੀ ਫੈਮਿਲੀ ਨਾਲ ਗੱਲ ਕੀਤੀ ਦੂਜੇ ਦਿਨ ਇਹਨੂੰ ਮੈਨੂੰ ਬਲੌਕ। ਓਕੇ, ਮੈਂ ਤੁਹਾਨੂੰ ਚਾਹਨਾ ਸ਼ਾਰਟ ਮੈਸੇਜ ਹੈ ਕਿ ਹੁਣ ਤੁਹਾਡੇ ਸੱਸ ਸਹੁਰੇ ਜਿਹੜੇ ਆ ਉਹ ਵੀ ਤੁਹਾਡੇ ਨਾਲ ਗੱਲ ਨਹੀਂ ਕਰਦੇ, ਉਹ ਵੀ ਤੁਹਾਨੂੰ ਬਲੌਕ ਕਰ ਚੁੱਕੇ ਆ। ਯਾਨੀ ਕਿ ਮੇਰੇ ਕੱਲੇ ਸਹੁਰੇ ਨੇ ਨਹੀਂ ਬਲੌਕ ਕੀਤਾ, ਇੱਕ ਸਾਲੇ ਨੇ ਨਹੀਂ ਕੀਤਾ, ਬਾਕੀ ਸਾਰੀ ਫੈਮਿਲੀ ਨੇ ਕੀਤਾ। ਤੁਹਾਡਾ ਸਹੁਰਾ ਕਿ ਤੁਹਾਡੇ ਨਾਲ ਗੱਲ ਕਰਦਾ ਆ? ਸਰ ਅੱਗੇ ਕਰਦਾ ਸੀ, ਪਰ ਜਦੋਂ ਵੀ ਅਸੀਂ ਮਾੜੀ ਮੋਟੀ ਅਣਬਣ ਹੋਈ ਹੈ, ਇਸ ਤੋਂ ਬਾਅਦ ਉਹ ਬੰਦੇ ਨੇ ਕਦੇ ਪੁੱਛਿਆ ਨਹੀਂਗਾ ਕਿ ਤੇਰੇ ਬਾਹਰਲੀ ਫਾਈਲ ਦਾ ਕੀ ਬਣਿਆ। ਤੈਨੂੰ ਸਪਾਂਸਰ ਕੀਤਾ ਆਣ ਕੇ ਕੈਨੇਡਾ ਵਿੱਚੋਂ ਜਾਂ ਨਹੀਂ ਕਦੇ? ਸਰ ਮੈਂ ਇੱਕ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ। ਮੇਰੀ ਜਵਾਬ ਦਿਓ ਮੇਰੀ ਗੱਲ ਦਾ। ਤੁਹਾਨੂੰ ਸਪਾਂਸਰ ਕੀਤਾ? ਸਰ ਮੈਂ ਤੁਹਾਨੂੰ ਦੱਸਦਾ, ਇਹਨੇ ਸਪਾਂਸਰ ਉਦੋਂ ਕੀਤਾ ਜਦੋਂ ਇਹ ਵਰਕ ਪਰਮਿਟ ਤੇ ਸੀ। ਓਕੇ, ਹਾਂਜੀ। ਫਿਰ ਰਿਫਿਊਜ਼ ਹੋ ਗਿਆ ਕਿਸ ਦਾ? ਇਹਨੇ ਕਦੇ ਅਪਲਾਈ ਨਹੀਂ ਕੀਤਾ ਜੀ। ਉਹ ਵੀ ਤਾਂ ਕੀਤਾ ਸੀ ਜਦੋਂ ਅਸੀਂ ਫੈਮਿਲੀ ਮੈਂਬਰ ਨਾਲ ਇਹਨਾਂ ਦੇ ਘਰੇ ਫਾਦਰ ਸਾਹਿਬ ਕੋਲੇ ਗਏ, ਇਹਨਾਂ ਦੇ ਫਾਦਰ ਨੇ ਫੋਰਸ ਕੀਤਾ ਵੀ ਤੂੰ ਮੁੰਡੇ ਨੂੰ ਕਾਗਜ਼ ਕਿਉਂ ਨਹੀਂ ਭੇਜਦੀ। ਉਸ ਦੂਸਰੇ ਦਿਨ ਹੀ ਇਹਨੇ ਮੈਨੂੰ ਬਲੌਕ ਖੋਲਤਾ। ਮੇਰਾ ਸਵਾਲ ਇਹ ਹੈ ਕਿ ਮੇਰੀ ਬੇਇੱਜ਼ਤੀ ਕਰਤੀ। ਤੈਨੂੰ ਮੈਂ ਸਪਾਂਸਰ ਕੀਤਾ ਹੈ। ਅਰਸ਼ਦੀਪ ਜੀ ਭੈਣ ਜੀ ਲਾਈਨ ਤੇ ਨੇ। ਕੌਣ ਨੇ? ਅਰਸ਼ਦੀਪ ਜੀ। ਅਰਸ਼ਦੀਪ ਤੁਸੀਂ ਬਾਸੀ ਹੈਡਕੁਆਟਰ ਦੇ ਨਾਲ ਬਖਾਤ ਹੋ। ਵੈਲਕਮ ਟੂ ਸ਼ੋ। ਅਰਸ਼ਦੀਪ ਤੁਹਾਡੇ ਹਸਬੰਡ ਗੁਰਪ੍ਰੀਤ ਕੰਪਲੇਂਟ ਕਰ ਰਹੇ ਨੇ ਤੁਹਾਡੀ। ਅਰਸ਼ਦੀਪ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਲਾਈਨ ਤੇ ਹੋ? ਐਨੀਵੇ ਗੁਰਪ੍ਰੀਤ ਤੁਹਾਡੀ ਅਸੀਂ ਵਾਈਫ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫੋਨ ਕੱਟਿਆ ਗਿਆ ਸੀ। ਹਾਂਜੀ ਹਾਂਜੀ ਕਰੋ। ਇੱਕ ਸੈਕਿੰਡ। ਸੋ ਤੁਹਾਨੂੰ ਇਹਨੇ ਸਪਾਂਸਰ ਕੀਤਾ, ਫਿਰ ਤੁਹਾਡਾ ਕੇਸ ਰਿਜੈਕਟ ਹੋ ਗਿਆ? ਸਰ ਕੋਈ ਸਬੂਤ ਹੀ ਨਹੀਂ ਸੀ ਬੇਟਾ। ਮੈਨੂੰ ਜਿਹੜੇ ਮੇਰੀ ਗੱਲ ਜਵਾਬ ਦੇ, ਇੰਨੀ ਲੰਬੀ ਗੱਲ ਨਾ ਕਰ। ਯੈਸ অর ਨੋ? ਰਿਫਿਊਜ਼ ਹੋ ਗਿਆ, ਗੱਲ ਖਤਮ ਹੋ ਗਈ। ਮਤਲਬ ਰਿਫਿਊਜ਼ ਹੋਣ ਦਾ ਕਾਰਨ ਕੀ ਆ? ਪ੍ਰੋਪਰ ਡਾਕੂਮੈਂਟ ਨਹੀਂ ਸੀਗੇ? ਸਰ ਪਹਿਲਾਂ ਰਿਫਿਊਜ਼ਲ ਆਈ, ਉਹ ਕਹਿੰਦੇ ਵੀ ਪੇਮੈਂਟ ਘੱਟ ਆ ਅਕਾਊਂਟ 'ਚ। ਨਹੀਂ ਕਿੰਨੇ ਵਾਰੀ ਤੈਨੂੰ ਰਿਫਿਊਜ਼ ਹੋਇਆ? ਸਰ 3 ਵਾਰੀ। ਤੇ ਫਿਰ ਗੱਲ ਦੱਸ, ਤੂੰ ਝੂਠ ਕਿਉਂ ਬੋਲ ਰਿਹਾ ਇੰਦਾ? ਮੈਂ ਤਾਂ ਪੁੱਛ ਰਿਹਾ ਬਾਰ-ਬਾਰ ਸਪਾਂਸਰ ਕੀਤਾ ਹੈ, ਤੂੰ ਦੱਸ ਨਹੀਂ ਗੱਲ। 3 ਵਾਰੀ ਤੈਨੂੰ ਸਪਾਂਸਰ ਕੀਤਾ ਹੈ ਉਹਨੇ, 3 ਵਾਰੀ ਰਿਫਿਊਜ਼ ਹੋਇਆ। 3 ਵਾਰ ਤੈਨੂੰ ਰਿਫਿਊਜ਼ ਹੋਇਆ ਜੇ ਤੈਨੂੰ ਸਪਾਂਸਰ ਕੀਤਾ ਹੈ। ਹਾਂਜੀ। ਸੋ ਉਸ ਤੋਂ ਬਾਅਦ ਫਿਰ ਇਹਨਾਂ ਨੇ ਹੁਣ ਤੁਹਾਨੂੰ ਬਲੌਕ ਕਰ ਦਿੱਤਾ ਹੈ।
ਤੁਸੀਂ ਸਰ ਜਦੋਂ ਇਹਨਾਂ ਦੇ ਗਏ ਮਗਰੋਂ ਇਹਨਾਂ ਨੇ ਬਲੌਕ ਖੋਲਤਾ ਸੀ। ਹੁਣ ਤੁਹਾਡੇ ਨਾਲ ਕਦੋਂ ਗੱਲ ਹੋਈ, ਲਾਸਟ ਗੱਲ ਕਦੋਂ ਹੋਈ ਹੈ? ਸਰ ਅੰਦਾਜ਼ਾ ਜਾਣੀ ਕਿ ਹੋ ਗਏ 9-10 ਮਹੀਨੇ, ਸਾਲ ਹੀ ਹੋ ਗਿਆ ਮੰਨ ਕੇ ਚਲੋ। ਅੰਦਾਜ਼ੇ ਦਾ ਕੀ ਮਤਲਬ? ਤੁਹਾਨੂੰ ਇਹ ਨਹੀਂ ਪਤਾ ਕਿ ਮੇਰੀ ਇਸ ਤਰੀਕ ਨੂੰ ਤੇਰੀ ਵਾਈਫ ਹੈ ਕਿ ਇਹ ਲਾਸਟ ਗੱਲ ਹੋਇਆ ਤਾਂ ਹੋਈ, ਉਸ ਤੋਂ ਬਾਅਦ ਇਹਨੇ ਬਲੌਕ ਸਾਲ ਕਰਤਾ? ਮੰਨ ਲਓ ਸਰ। ਮੰਨ ਲਓ, ਮੰਨਣ ਦੀ ਵਾਲੀ ਗੱਲ ਨਹੀਂ ਹੈ। ਜੇ ਤੁਸੀਂ ਕੋਰਟ ਵਿੱਚ ਜਾਓਗੇ ਤੁਹਾਨੂੰ ਜੱਜ ਸਾਹਿਬ ਪੁੱਛੂਗਾ ਕਿਹੜੇ ਮਹੀਨੇ ਦੀ ਗੱਲ ਹੈ, ਕਿਹੜੀ ਤਰੀਕ ਹੈ, ਤੁਹਾਨੂੰ ਬਿਲਕੁਲ ਨਹੀਂ ਪਤਾ। ਤੁਸੀਂ ਕਿੰਨਾ ਪੜ੍ਹੇ ਹੋ? ਸਰ ਮੈਂ ਪਲੱਸ 2 ਕੀਤੀ ਹੈ। ਤੁਸੀਂ ਸਾਨੂੰ ਯੂ ਸ਼ੁਡ ਹੈਵ ਅ ਕਾਮਨ ਸੈਂਸ। ਕਦੋਂ ਗੱਲ ਹੋਈ ਤੁਹਾਡੀ ਵਾਈਫ ਦੇ ਨਾਲ? ਕੀ ਗੱਲ ਹੋਈ ਹੈ? ਗੱਲ ਕੀ ਹੋਈ ਲਾਸਟ ਗੱਲ? ਤੁਹਾਡੇ ਆਪਸ ਵਿੱਚ ਲੜਾਈ ਹੋਈ ਹੈ? ਜਿਹੜਾ ਵੀ ਤੁਸੀਂ ਫਾਈਲ ਲਾਈ ਜਹਾਂ ਪੀਆਰ ਦੀ ਫਾਈਲ, ਇਹ ਕਹਿੰਦੀ ਕਿ ਮੈਂ ਤੈਨੂੰ ਬੁਲਾਉਂਗੀ ਤੇ ਬੁਲਾਉਂਗੀ ਉਹਦਾ ਜਦੋਂ ਮੈਂ ਪੀਆਰ ਹੋਊਗੀ। ਹੁਣ ਪੀਆਰ ਹੋ ਚੁੱਕੀ ਹੈ ਵਾਈਫ ਤੁਹਾਡੀ? ਸਰ ਮੈਂ ਤੁਹਾਨੂੰ ਉਹੀ ਦੱਸਾਂ, ਇਹਨੂੰ ਮੈਂ ਪੀਆਰ ਦੀ ਫਾਈਲ ਬਾਰੇ ਪੁੱਛਿਆ, ਇਹ ਕਹਿੰਦੀ ਕੋਈ ਨਾ ਜਦੋਂ ਮੈਂ ਲਾਈ ਤੈਨੂੰ ਦੱਸ ਦੂੰ। ਮੇਰਾ ਸਵਾਲ ਇਹ ਹੈ ਕਿ ਤੁਹਾਡੀ ਵਾਈਫ ਪੀਆਰ ਹੋ ਚੁੱਕੀ ਹੈ ਜਾਂ ਨਹੀਂ? ਨਹੀਂ ਸਰ। ਤੁਸੀਂ ਗੱਲ ਤਾਂ ਜਵਾਬ ਦਿਓ, ਸਿੱਧੀ ਜਿਹੀ ਪੁੱਛ ਰਹੇ ਹਾਂ। ਸਾਹਿਬ ਨੂੰ ਪਹਿਲਾਂ ਤੁਸੀਂ Hi, this is Ashdeep Kaur. Right now, I am not available to take your call. Please leave your message. I will get back to you. Thank you so much. Have a good one. ਮੈਸੇਜ ਛੱਡਣ ਨੂੰ ਡ੍ਰੌਪ ਕਰੋ ਪ੍ਰੋਪਰ ਕਿ ਅਸੀਂ ਕਿੱਥੋਂ ਬੋਲ ਰਹੇ ਹਾਂ। ਸੋ ਅਰਸ਼ਦੀਪ ਤੁਹਾਨੂੰ ਅਸੀਂ ਕਾਲ ਕੀਤਾ ਹੈ ਔਰ ਤੁਸੀਂ ਸਾਡਾ ਫੋਨ ਗੱਲ ਕਰਕੇ ਫਿਰ ਹੈਂਗ ਅਪ ਕੀਤਾ ਹੈ, ਜਿਸ ਕਰਕੇ ਅਸੀਂ ਇੱਕ ਬਿਟਰਸ ਤੌਰ ਤੇ ਤੁਹਾਨੂੰ ਅਸੀਂ ਕਾਲ ਕਰ ਰਹੇ ਹਾਂ। ਤੁਸੀਂ ਸਾਡਾ ਫੋਨ ਚੁੱਕ ਨਹੀਂ ਰਹੇ ਔਰ ਚੁੱਕਿਆ ਹੈ ਤਾਂ ਉਸ ਤੋਂ ਬਾਅਦ ਤੁਸੀਂ ਬੰਦ ਕਰ ਦਿੱਤਾ ਹੈ। ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਹੈ? ਹਾਂਜੀ ਸਰ। ਕਦੋਂ ਕੀਤੀ ਪੁਲਿਸ ਨੂੰ ਰਿਪੋਰਟ? ਸਰ ਸਾਡੀ ਹੋਈ ਆ ਐਡ ਕੀ ਹੋਈ ਆ ਘੱਟੋ ਘੱਟ ਪੁਲਿਸ ਰਿਪੋਰਟ ਆਪਣੀ ਠੀਕ ਨਹੀਂ 18/4 ਨੂੰ ਹੋਈ ਹੈ ਜੀ। 12/4 18/4 ਹੀ ਇਸ ਸਾਲ ਦੇ ਵਿੱਚ? 18/4/2022। ਰਿਪੋਰਟ ਕਿੱਥੇ ਕੀਤੀ ਤੁਸੀਂ? FIR ਰਿਪੋਰਟ ਕਿੱਥੇ ਕੀਤੀ ਹੈ ਤੁਸੀਂ? ਹਾਂਜੀ ਰਿਪੋਰਟ ਕਿਹੜੇ ਥਾਣੇ ਵਿੱਚ ਕੀਤੀ ਹੈ? ਬਤਨੀ ਕਲਾ ਜੀ। ਬੱਦੀ ਕਨਾ। ਹੁਣ ਤੁਹਾਡਾ ਕੇਸ ਕੀ ਚੱਲਦਾ ਆ? ਚਾਰਜ ਕੀਤਾ ਕਿਸੇ ਨੇ 420 ਵਿੱਚ ਤੁਹਾਡੇ ਸੱਸ ਸਹੁਰੇ ਨੂੰ, ਤੁਹਾਡੀ ਵਾਈਫ ਨੂੰ? ਸਰ ਗਏ ਸੀਗੇ, ਇਹ ਘਰੇ ਨਹੀਂ ਮਿਲੇ ਗਏ। ਇਹਨਾਂ ਦੀ ਛੋਟੀ ਇੱਥੇ ਕੋਰਟ ਦੇ ਵਿੱਚ ਬੇਲ ਰਿਜੈਕਟ ਹੋ ਗਈ ਆ। ਮੇਰਾ ਸਵਾਲ ਜਿਹੜਾ ਕਮਾਲ ਦਾ ਬੰਦਾ ਯਾਰ, ਮੈਂ ਜਿਹੜਾ ਸਵਾਲ ਦਾ ਪੁੱਛਦਾ ਉਹਨੂੰ ਜਵਾਬ ਕਿਉਂ ਨਹੀਂ ਦੇ ਰਿਹਾ? ਮੈਂ ਪੁੱਛ ਰਿਹਾ ਕਿ ਪੁਲਿਸ ਨੇ ਕਿਹਨੂੰ ਚਾਰਜ ਕੀਤਾ ਆ? ਇਹਨਾਂ ਦੇ ਇੱਕ ਕੁੜੀ ਅਰਸ਼ਦੀਪ ਕੌਰ, ਇਹਨਾਂ ਦੇ ਫਾਦਰ ਸਾਹਿਬ ਅਜਮੇਰ ਸਿੰਘ। ਕੁੜੀ ਕਿਹੜੀ? ਤੁਸੀਂ ਕਹੋਗੇ ਮੇਰੀ ਵਾਈਫ? ਵਾਈਫ ਹਾਂਜੀ। ਤੁਹਾਡੀ ਵਾਈਫ ਅਰਸ਼ਦੀਪ ਨੂੰ ਕਿਹੜੇ ਕਾਨੂੰਨ ਦੇ ਮੁਤਾਬਕ ਚਾਰਜ ਕੀਤਾ? 420 ਵਿੱਚ, ਫਰਾਡ ਵਿੱਚ? 420 ਹਾਂਜੀ। ਤੇ ਤੁਹਾਡੇ ਸਹੁਰਾ ਸਾਹਿਬ ਨੂੰ ਵੀ? ਸਹੁਰਾ ਸਾਹਿਬ ਵੀ ਨਾਲ ਹੀ, ਕਿਉਂਕਿ ਸਭ ਕੁਝ ਉਹਨਾਂ ਦੇ ਵਿੱਚ ਹੀ ਹੈ। ਮੇਰਾ ਸਵਾਲ ਇਹ ਆ ਕਿ ਤੁਸੀਂ ਕਿਹਦੀ ਸ਼ਿਕਾਇਤ ਨਾ ਦਰਜ ਕਰਾਇਆ ਪੁਲਿਸ ਨੂੰ? ਇੱਕ ਅਰਸ਼ਦੀਪ ਕੌਰ ਦਾ? ਹਾਂਜੀ, ਇੱਕ ਸਹੁਰਾ ਸਾਹਿਬ ਦਾ ਸੀ। ਸਹੁਰਾ ਸਾਹਿਬ ਦਾ ਨਾਮ ਕੀ? ਤੁਹਾਡੇ ਸਹੁਰੇ ਦਾ ਕੀ ਨਾਮ ਹੈ? ਅਜਮੇਰ ਸਿੰਘ, ਸਰਦਾਰ ਅਜਮੇਰ ਸਿੰਘ ਜੀ। ਇਹਨਾਂ ਦੀ ਕਿਹੜੀ ਕਾਸਟ ਹੈ? ਰਵਿਦਾਸ ਸਿੱਖੀ। ਹਾਂਜੀ, ਰਵਿਦਾਸ ਸਿੱਖੀ। ਰਵਿਦਾਸ ਕੀ ਸਿੱਖ ਐਸੀ ਚਾਹੁੰਦੇ। ਤੁਹਾਡੀ ਏਜ ਕਿੰਨੀ ਆ? ਸਰ ਮੇਰੀ 34 ਸਾਲ ਹੀ ਹੈ। ਇਹ ਲੜਕੇ ਦੀ ਕਿੰਨੀ ਹੈ? ਲੜਕੀ ਦੀ? ਇਹਨਾਂ ਦੀ 30 ਹੈ ਜੀ। 30 ਸਾਲ ਇਹਨਾਂ ਦੀ ਏਜ। ਹੁਣ ਪੁਲਿਸ ਨੇ ਜਿਹੜੇ ਆ ਉਹ ਕੇਸ ਰਜਿਸਟਰ ਕਰ ਦਿੱਤਾ ਤੁਹਾਡੇ ਤੇ? ਹਾਂਜੀ, ਪੁਲਿਸ ਨੇ ਹੁਣ ਕੇਸ ਰਜਿਸਟਰ ਕਰ ਦਿੱਤਾ ਹੈ? ਹਾਂਜੀ। ਸੋ ਇਹਨਾਂ ਨੇ ਜ਼ਮਾਨਤ ਕਰਾ ਲਈ ਆਪਣੀ? ਇਹਨਾਂ ਦੀ ਜ਼ਮਾਨਤ ਰਿਜੈਕਟ ਹੋ ਚੁੱਕੀ ਹੈ ਜੀ, ਫਾਦਰ ਸਾਹਿਬ ਦੀ। ਇਹਨਾਂ ਦੀ ਹੁਣ ਇਹਨਾਂ ਨੇ ਬਸ ਅਰਸ਼ਦੀਪ ਦੇ ਡੈਡੀ ਜਿਹੜੇ ਲਾਈਨ ਤੇ ਨੇ ਜੀ। ਆਈ ਸੀ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸੀਏ ਕਿ ਬਹੁਤ ਜਲਦੀ ਕਦੇ ਹੱਸਣਾ ਜ਼ਰੂਰ ਚਾਹੀਦਾ ਜਿਹੜਾ ਪਲੇ ਹੋ ਰਿਹਾ, ਔਰ ਇਸ ਦੇ ਪਲੇ ਦੇ ਸੰਬੰਧ ਵਿੱਚ ਸੰਦੀਪ ਜੀ ਸਾਡੇ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ। ਤੁਸੀਂ ਬੜੇ ਲੱਕੀ ਹੋ ਜੇ ਤੁਸੀਂ ਕਦੇ ਹੱਸਣਾ ਜ਼ਰੂਰ ਚਾਹੀਦਾ। ਬਿੰਨੂ ਢਿੱਲੋਂ ਅਤੇ ਆਵਾਜ਼ ਘੱਟ ਆ ਰਹੀ, ਜਸਵਿੰਦਰ ਪੱਲਾ ਅਤੇ ਇਹਨਾਂ ਦੀ ਪੂਰੀ ਟੀਮ, ਬਾਲਵੰਤ ਸ਼ਰਮਾ, ਕਦੇ ਹੱਸਣਾ ਜ਼ਰੂਰ ਚਾਹੀਦਾ। ਸਾਰੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੋਅ ਹੋ ਰਹੇ ਨੇ। ਕੈਨੇਡਾ ਦੇ ਅੰਟਾਰੀਓ ਸੂਬੇ ਵਿੱਚ 6 ਅਗਸਤ ਨੂੰ ਹੋਵੇਗਾ, ਜਿਸ ਨੂੰ ਸੰਦੀਪ ਜੀ ਖੁਦ ਕਰਾ ਰਹੇ ਨੇ। ਅਗਰ ਤੁਸੀਂ ਮੌਂਟਰੀਅਲ 'ਚ ਆਟਵਾ ਸ਼ੋਅ ਕਰਾਉਣਾ ਚਾਹੁੰਦੇ ਹੋ, ਇਸ ਸ਼ੋਅ ਨੂੰ ਤੁਸੀਂ ਕਰਾਓਗੇ, ਚੰਗੇ ਪੈਸੇ ਕਮਾ ਸਕਦੇ ਹੋ ਔਰ 3 ਘੰਟੇ ਵਿੱਚ ਪੈਸੇ ਤੁਹਾਡੇ ਬਣ ਜਾਣੇ ਆ। ਇਹ ਕਲਾਕਾਰ ਜਿਹੜੇ ਨੇ ਤੁਹਾਨੂੰ ਖੂਬ ਹਸਾਉਣਗੇ, ਤੁਹਾਡੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ ਅਤੇ ਤੁਸੀਂ ਆਪਣੀ ਜੇਬੀ ਵਿੱਚ ਪੈਸੇ ਖੂਬ ਕਮਾ ਕੇ ਪਾ ਸਕਦੇ ਹੋ। ਤੁਸੀਂ ਚੰਗਾ ਸ਼ੋਅ ਆਪਣੇ ਸ਼ਹਿਰ ਵਿੱਚ ਕਰਾਉਣਾ ਚਾਹੁੰਦੇ ਹੋ ਤਾਂ ਸੰਦੀਪ ਪੱਟੀ ਨੂੰ ਕਾਲ ਕਰ ਲਓ। ਕਦੇ ਹੱਸਣਾ ਜ਼ਰੂਰ ਚਾਹੀਦਾ। ਇੱਕ ਲੰਬੇ ਸਮੇਂ ਤੋਂ ਬਾਅਦ ਇਹ ਹਸਾਉਣ ਵਾਲੀ ਟੀਮ ਜਿਹੜੀ ਆ
ਵੈਲ ਪ੍ਰੋਫੈਸ਼ਨਲ ਟੀਮ ਜਿਹੜੀ ਆ ਰਹੀ ਹੈ ਤੁਹਾਡੇ ਸ਼ਹਿਰ ਵਿੱਚ, ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੋਅ ਪੇਸ਼ ਕਰੇਗੀ। ਸਿਰਫ 2 ਇੱਕ ਮੌਂਟਰੀਅਲ ਵਿੱਚ ਅਤੇ ਆਟੋ ਵਿੱਚ ਡੇਟਾ ਅਵੇਲੇਬਲ ਨੇ। ਕਾਲ ਕਰ ਲਓ 416 319 9000 ਤੇ, ਜਿਨ੍ਹਾਂ ਨੇ ਸ਼ੋਅ ਕਰਾਉਣਾ, ਪੈਸੇ ਕਮਾਉਣੇ ਆ ਅਤੇ ਆਪਣਾ ਨਾਮ ਕਮਾਉਣਾ। ਬਿਜ਼ਨਸ ਕਿੰਨੀ ਕਮਿਊਨਿਟੀ ਹੈ, ਕੋਈ ਰੀਅਲ estate ਵਾਲਾ ਹੈ, ਕੋਈ ਇੰਸ਼ੋਰੈਂਸ ਵਾਲਾ ਹੈ, ਕੋਈ ਹੋਰ ਬਿਜ਼ਨਸ ਵਿੱਚ ਹੈ। ਇੱਕ ਤਾਂ ਤੁਸੀਂ ਆਪਣੇ ਸ਼ੋਅ ਕਰਾ ਲਓਗੇ, ਨਾਲੇ ਪੈਸੇ ਕਮਾ ਲਓਗੇ ਤੇ ਨਾਲੇ ਆਪਣੇ ਬਿਜ਼ਨਸ ਦੀ ਤੁਹਾਡੀ ਪ੍ਰਮੋਸ਼ਨ ਹੋ ਜਾਵੇਗੀ। ਸੋ ਮੈਂ ਚਾਹੂੰਗਾ ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ। ਸੋ ਇਹ ਸ਼ੋਅ ਦੇ ਮੇਨ ਪ੍ਰਮੋਟਰ ਸੰਦੀਪ ਪੱਟੀ ਨੇ, ਔਰ ਤੁਸੀਂ ਆਪਣੇ ਸ਼ੋਅ ਕਰਾਉਣਾ ਬੁੱਕ ਆਪਣੇ ਸ਼ਹਿਰ ਦੇ ਵਿੱਚ ਤਾਂ ਕਾਲ ਕਰੋ ਸੰਦੀਪ ਜੀ ਨੂੰ 416 319 9000। ਅੱਜ ਸਾਡੇ 6 ਅਗਸਤ ਨੂੰ ਟੋਰਾਂਟੋ ਸ਼ੋਅ ਟਿਕਟਾਂ ਬੜੀ ਤੇਜ਼ੀ ਨਾਲ ਵਿਕ ਰਹੀਆਂ ਨੇ। ਸੋ ਇਹ ਜਾਣਕਾਰੀ ਕੁਝ ਹੋਰ ਗੱਲਾਂ ਬਾਤਾਂ ਅੱਗੇ ਚੱਲ ਕੇ ਕਰਾਂਗੇ। ਅੱਜ ਤੁਹਾਨੂੰ ਵੀਨੂ ਢਿੱਲੋਂ ਜੀ, ਜਸਵਿੰਦਰ ਭੱਲਾ ਜੀ ਵੀ ਹਸਾਉਣਗੇ। ਅੱਛਾ ਗੁਰਪ੍ਰੀਤ, ਅਸੀਂ ਇਸ ਵੇਲੇ ਲਾਈਨ ਤੇ ਨੇ ਇਹਨਾਂ ਦੇ ਫਾਦਰ ਸਾਹਿਬ ਅਜਮੇਰ ਸਿੰਘ। ਅਜਮੇਰ ਸਿੰਘ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਅਜਮੇਰ ਸਿੰਘ ਜੀ, ਇੱਕ ਸਾਨੂੰ ਕੰਪਲੇਂਟ ਮਿਲੀ ਆ ਕਿ ਹਾਂਜੀ ਤੁਹਾਡੀ ਲੜਕੀ ਹੈ ਅਰਸ਼ਦੀਪ ਕੌਰ ਹੈ, ਜਿਹਦੀ ਤੁਸੀਂ ਸ਼ਾਦੀ ਗੁਰਪ੍ਰੀਤ ਲੜਕੇ ਨਾਲ 2015 ਵਿੱਚ ਕੀਤੀ ਹੈ, ਤਾਂ ਉਹਨਾਂ ਨੇ ਤੁਹਾਡੀ ਕੰਪਲੇਂਟ ਕੀਤੀ ਹੈ ਪੁਲਿਸ ਦੇ ਕੋਲ। ਇਹ ਕਾਰਨ ਕੀ ਹੈ? ਤੁਸੀਂ ਹੁਣ ਰਿਫਿਊਜ਼ ਕਰ ਚੁੱਕੇ ਹੋ, ਲੜਕੀ ਜਿਹੜੀ ਹੈ ਬੱਚੇ ਨੂੰ ਸਪਾਂਸਰ ਨਹੀਂ ਕਰ ਰਹੀ। ਸਰ ਰਸੂਈ ਨਹੀਂ ਕਰਦੀ। ਹਾਂ ਇਹ ਮੇਰੀ ਲੜਕੀ ਵਿਆਹੀ ਸੀ ਜੀ ਆਪਾਂ 2015 ਵਿੱਚ ਜੀ। ਤੇ ਇਹਨਾਂ ਨੇ 2 ਸਾਲ ਆਪਣੇ ਸਹੁਰੇ ਨੇ ਕਰ ਰਹੀ ਹੈ ਜੀ, ਹਾਂ ਨੌਕਰੀ ਕਰਦੀ ਰਹੀ ਹੈ ਉੱਥੇ ਜੀ 17 ਦੇ ਵਿੱਚ ਇਹਨਾਂ ਦਾ ਮੂਡ ਬਣਿਆ ਵੀ ਲੜਕੀ ਨੂੰ ਬਾਹਰ ਭੇਜੀਏ ਜੀ। ਪ੍ਰਾਹੁਣਾ ਇੰਨਾ ਪੜ੍ਹਿਆ ਹੋਇਆ ਹੈ ਨਹੀਂ ਵੀ ਉਹ ਆਪਣੇ ਵਧੀਆ ਨੰਬਰ ਲੈ ਕੇ ਕੋਈ ਬਾਹਰ ਨਹੀਂ ਕਰ ਸਕਦਾ। ਠੀਕ ਹੈ। ਕਹਿੰਦੇ ਇਹਨੂੰ ਮੋਹਰਾ ਬਣਾਇਆ ਸੀ ਵੀ ਇਹ ਜੀਐਨਐਮ ਆ, ਇਹ ਚਲੀ ਜਾਊਗਾ ਮਗਰ ਪ੍ਰਾਹੁਣਾ ਚਲੇ ਜਾਊਗਾ। ਉਹ ਤਾਂ ਕੁਦਰਤੀ ਦੀ ਗੱਲ ਹੈ ਕਿ ਮਤਲਬ ਇਹ ਲੜਕੀ ਜਦੋਂ ਜਾਂਦੀ ਤਾਂ ਹਸਬੈਂਡ ਚੱਲ ਜਾਂਦਾ, ਜਿਸ ਕਰਕੇ ਲੋਕ ਪੈਸਾ ਖਰਚਦੇ ਨੇ। ਲੜਕੀ ਦੇ ਉੱਪਰ 25 ਲੱਖ ਰੁਪਈਆ ਖਰਚਣਾ, ਉਹਨਾਂ ਦਾ ਮਕਸਦ ਹੀ ਕੈਨੇਡਾ ਜਾਣਾ ਆ। ਠੀਕ ਹੈ ਜੀ। ਜੀ। ਸੋ ਹੁਣ ਲੜਕੀ ਨੇ ਤੁਹਾਡੀ ਸਪਾਂਸਰ ਕੀਤਾ ਸੀ, ਤੁਹਾਡਾ ਜਵਾਈ ਗੁਰਪ੍ਰੀਤ? ਹਾਂਜੀ ਗੁਰਪ੍ਰੀਤ ਨੂੰ ਸਪਾਂਸਰ ਕੀਤਾ ਸੀ ਤੁਹਾਡੀ ਲੜਕੀ ਨੇ? ਹਾਂਜੀ ਸੌਂਸ ਕੀਤਾ ਸੀ ਸਰ। ਫਿਰ ਉਸ ਰਿਫਿਊਜ਼ ਹੋ ਗਿਆ ਕੇਸ ਇਸ ਦਾ? और 3-4 बजे केस रिफ्यूज हो गया जी। रिफ्यूज होने का कारण की है कि लड़की वालों कुछ डॉक्यूमेंट पूरे नहीं आए? कारण सर एक तो कोई अमाउंट है नहीं सी लड़के दे कोल। हाँ जी ओके जी शो करनी होंगी है जी। हाँ जी फिर दूसरी बारी अमाउंट होया जी अपने लड़की ने कन्वोकेशन सी अच्छे वो कन्वोकेशन डेट लग चुकी थी जी। ओके तीजी बारी तीसरी बारी उन्होंने लिखा भाई ਜਿਹੜੇ ਤੈਨੂੰ ਪੀੜ ਵਿੱਚ ਆਉਣ ਨੂੰ ਕਹਿੰਦੇ ਆ ਤੂੰ ਉਸ ਪੀੜ ਵਿੱਚ ਵਾਪਸ ਨਹੀਂ ਮੁੜ ਕੇ ਆਉਣਾ। ਸੋ ਮਤਲਬ ਉਹ ਸੈਟੀਸਫਾਈਡ ਨਹੀਂ ਹੋ ਸਕੇ ਇਮੀਗ੍ਰੇਸ਼ਨ ਅਫਸਰ ਤੋਂ ਸੈਟੀਸਫਾਈਡ ਨਹੀਂ ਹੋ ਸਕੇ। ਜਿਹੜੇ ਨੇ ਪੇਪਰ ਲਾਏ ਨਾ ਜਿਹੜੇ ਵੀ ਤੋੜੇ ਲਾਏ ਨੇ ਆਪਣੇ ਤੌਰ ਦੇ ਉੱਤੇ ਜੀ ਉਹ ਸੈਟੀਸਫਾਈ ਆਪਣੇ ਵੈਸੇ ਨੂੰ ਸੈਟੀਸਫਾਈ ਨਹੀਂ ਕਰ ਸਕਿਆ। ਤੁਹਾਡੀ ਲੜਕੀ ਨੇ ਲੜਕੀ ਨੂੰ ਬਲੌਕ ਕਿਉਂ ਕੀਤਾ? ਇਮੀਗ੍ਰੇਸ਼ਨ ਦੇ ਵੱਲੋਂ ਜਵਾਬ ਚੱਲ ਰਿਹਾ ਸਭ ਕੁਝ ਚੱਲ ਰਿਹਾ ਜੀ। ਇਹ ਉਹਨੂੰ ਮੈਸੇਜ ਕਰਦੇ ਨੇ ਸਾਰੇ ਉਹਦੇ ਤੇ ਸਾਰਾ ਟੱਬਰ ਨੂੰ ਪਰੇਸ਼ਾਨ ਕਰ ਰਿਹਾ ਜੀ। ਪਰੇਸ਼ਾਨ ਕੌਣ ਕਰ ਰਿਹਾ? ਤੁਹਾਡਾ ਆਪਣੇ ਜਵਾਈ? ਜਵਾਈ ਵੀ ਕਰ ਰਿਹਾ, ਜਵਾਈ ਦਾ ਭਰਾ ਵੀ ਕਰ ਰਿਹਾ, ਜਵਾਈ ਦੀ ਭਰਜਾਈ ਵੀ ਕਰ ਰਹੀ ਆ। ਇੱਕ ਉਹਦਾ ਭਰਾ ਆਪਣੇ ਅਮਰੀਕਾ ਚ ਉਹ ਵੀ ਕਰ ਰਿਹਾ ਜੀ। ਨਹੀਂ ਪਰੇਸ਼ਾਨ ਕੀ ਕਰਦੇ ਆ ਇਹ? ਉਹ ਪਰੇਸ਼ਾਨ ਉਹਨੂੰ ਬਸ ਤੈਨੂੰ ਮਰਵਾ ਦੇਣਾ ਤੈਨੂੰ ਜੇ ਕਰ ਦੇਣਗੇ ਉਹ ਕਰ ਸਰ ਪੈਸੇ ਦੇ ਉੱਪਰ ਉਹਨਾਂ ਨੂੰ ਭੇਜਣਾ ਚਾਹੋ ਜੀ। ਪੈਸੇ ਕਿੱਥੋਂ ਮਿਲੇ ਸਰ? ਨਹੀਂ ਸਾਡੇ ਕੋਲ 15 ਲੱਖ ਰੁਪਏ ਮੰਗ ਰਹੇ ਨੇ ਜੀ। 15 ਲੱਖ ਰੁਪਏ ਕੌਣ ਮੰਗਦਾ? ਪ੍ਰਾਹੁਣਾ? ਪ੍ਰਾਹੁਣਾ ਤੇ ਸਾਰਾ ਟੱਬਰ ਹੀ ਮੰਗ ਰਿਹਾ ਜੀ। ਕਿਹੜੀ ਗੱਲ ਮੰਗ ਰਹੇ ਨੇ? ਵੀ ਅਸੀਂ ਮੁੰਡਾ ਬਾਹਰ ਭੇਜਣਾ ਤੁਹਾਨੂੰ ਪੈਸੇ ਦਿਓ। ਨਹੀਂ ਤੁਸੀਂ ਇਹ ਕਹਿੰਦੇ ਆ ਕਿ 15 ਲੱਖ ਇਹ ਮਤਲਬ ਤੁਹਾਡੇ ਕੁੜੀ ਨਾਲ ਰਿਸ਼ਤਾ ਰੱਖਣਾ ਨਹੀਂ ਚਾਹੁੰਦੇ? ਸਰ ਮੇਰੀ ਇੱਕ ਗੱਲ ਸੁਣੋ। ਸੈਕੰਡ ਸਟਾਪ ਇਟ ਪਲੀਜ਼ ਗੁਰਪ੍ਰੀਤ ਸਟਾਪ ਇਟ। ਹਾਂਜੀ ਇਹ ਨਹੀਂ ਪਤਾ ਕਿ ਪ੍ਰਾਹੁਣਾ ਬਾਹਰ ਭੇਜਣਾ ਪੈਸੇ ਦਿਓ ਜੀ। ਤੁਹਾਡੇ ਕੋਲ ਪੈਸੇ? ਮੈਂ ਤਾਂ ਰਿਟਾਇਰਡ ਆ ਸਰਕਾਰੀ ਨੌਕਰੀ ਤੇ ਮੈਂ ਤਾਂ ਪੈਨਸ਼ਨ ਤੇ ਆਪਣਾ ਗੁਜ਼ਾਰਾ ਕਰਦਾ ਸਰ। ਤੁਹਾਡੀ ਲੜਕੀ ਜਿਹੜੀ ਆ ਤੁਹਾਡੇ ਲੜਕੇ ਦੇ ਆਪਣੇ ਲੜਕੇ ਨਾਲ ਮਿਸਬਿਹੇਵ ਕਰ ਰਹੀ ਹੈ ਗੁਰਪ੍ਰੀਤ, ਤੁਸੀਂ ਇਹਨਾਂ ਨੇ ਤੁਹਾਨੂੰ ਜਵਾਬ ਦਿੱਤਾ ਕਿ ਹੁਣ ਮੈਂ ਸਪਾਂਸਰ ਨਹੀਂ ਕਰਨਾ ਜਾਂ ਕਾਰਨ ਕੀ? ਨਹੀਂ ਜੀ ਇਹਨਾਂ ਨੇ ਸਾਡੇ ਝੂਠਾ ਪਰਚਾ ਪਵਾਇਆ ਜੀ ਉੱਥੇ ਆਪਣੇ ਮੋਗੇ ਦੇ ਵਿੱਚ। ਹਾਂ ਹਾਂ ਉਹ ਮੈਂ ਬੇਲ ਤੇ ਚੱਲ ਰਿਹਾ ਸਰ। ਮੈਂ ਹਾਈ ਕੋਰਟ ਤੋਂ ਬੇਲ ਕਰਾਈ ਆ। ਬੇਲ ਨੇ ਮੈਨੂੰ ਉਹਨੇ ਸਾਫ਼ ਲਿਖਿਆ ਵੀ ਇਹਨਾਂ ਦਾ ਕਸੂਰ ਕੋਈ ਨਹੀਂ ਹੈ। ਬੇਲ ਕਰਾਉਣ ਦੇ ਵਿੱਚ ਜਿਹੜਾ ਹੈ ਜੱਜ ਸਾਹਿਬ ਜਿਹੜਾ ਇਹ ਕਦੇ ਨਹੀਂ ਲੈ ਸਕਦਾ ਕਿ ਇਹਨਾਂ ਦੇ ਉੱਪਰ ਕੋਈ ਡਿਸਮਿਸ ਕਰ ਸਕਦਾ ਕੇਸ ਨੂੰ, ਔਰ ਬੇਲ ਤੁਹਾਡੀ ਜ਼ਮਾਨਤ ਹੋਣੀ ਵੱਖਰੀ ਗੱਲ ਹੈ ਪਰ ਤੁਹਾਡਾ ਕੇਸ ਚੱਲਦਾ ਹਾਲੇ।
ਪਹਿਲਾਂ ਅਸੀਂ ਸਰ ਇਹਦੇ ਮੋਗੇ ਦੇ ਸਾਡੇ ਕੇਸ ਕੀਤਾ ਸੀਗਾ 420 ਦਾ ਜੀ। ਤੇ ਉਹ ਅਸੀਂ ਮੋਗੇ ਦੇ ਜੱਜ ਨੇ ਮੈਨੂੰ ਬੇਲ ਨਹੀਂ ਦਿੱਤੀ, ਹਾਈ ਕੋਰਟ ਨੇ ਮੈਨੂੰ ਬੇਲ ਦੇ ਦਿੱਤੀ ਹੈ ਜੀ। ਬੇਲ ਦੇਣੀ ਵੱਖਰੀ ਗੱਲ ਹੈ, ਜਵਾਨ ਤੋਂ ਤੁਸੀਂ ਬਾਹਰ ਹੋ, ਤੁਹਾਡਾ ਕੇਸ ਹਾਲੇ ਚੱਲਦਾ ਹੈ, ਹਾਂਜੀ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੱਜ ਤੁਹਾਨੂੰ ਕੇਸ free ਸ਼ੁਰੂ ਕਰਤਾ ਹੈ। ਕਰਦਾ ਤਾਂ ਚਾਰ ਹੀ ਨਹੀਂ ਪੇਸ਼ ਹੋਇਆ ਜੀ। ਤੁਸੀਂ ਤੁਹਾਡੇ ਹਾਲੇ ਤੇ ਤੁਸੀਂ ਹੁਣ ਜ਼ਮਾਨਤ ਤੇ ਬੇਲ ਤੇ ਹੋ, ਤੁਹਾਨੂੰ ਕੋਰਟ ਵਿੱਚ ਪੇਸ਼ ਹੋਣਾ ਪੈਣਾ। ਹਾਂ ਜੀ, ਕੋਰਟ 'ਚ ਪੇਸ਼ ਹੋਣਾ ਪੜੇਗਾ ਸਾਨੂੰ, ਉਹਦੇ ਸਮਨ ਆਉਣਗੇ ਜੀ, ਜਾਵਾਂਗੇ ਜੀ। ਹਾਂ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਜੱਜ ਸਾਹਿਬ ਨੇ ਜਿਹੜਾ ਫ੍ਰੀ ਕਰ ਦਿੱਤਾ, ਤੁਹਾਡਾ ਕੇਸ ਡਿਸਮਿਸ ਨਹੀਂ ਹੋਇਆ। ਫ੍ਰੀ ਨਹੀਂ ਕੀਤਾ ਸਰ, ਮੈਨੂੰ ਬੇਲ ਦੇ ਦਿੱਤੀ ਹੈ। ਹਾਂ, ਬੇਲ ਦੇਣੀ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਜੱਜ ਸਾਹਿਬ ਨੇ ਲਿਖ ਦਿੱਤਾ ਕਿ ਤੁਸੀਂ ਸੱਚੇ ਹੋ। ਫ੍ਰੀ ਨਹੀਂ ਹੋਈ ਜੀ, ਫ੍ਰੀ ਨਹੀਂ ਹੋਈ ਸਰ। ਡੋਂਟ ਗਿਵ ਮੀ ਰੋਂਗ ਸਟੇਟਮੈਂਟ ਪਲੀਜ਼। ਹਾਂਜੀ, ਇਹ ਅਦਾਲਤ ਦੇ ਵਿੱਚ ਮੈਂ ਤੁਹਾਨੂੰ ਪੇਸ਼ ਕਰ ਸਕਦਾ, ਤੁਸੀਂ ਜੱਜ ਸਾਹਿਬ ਨੂੰ ਗਲਤ ਇੰਟਰਪ੍ਰੀਟ ਕਰ ਰਹੇ ਹੋ। ਅੱਜ ਮੈਂ ਵੀ ਤਾਂ ਵੇਟ ਕਰ ਰਿਹਾ ਸਰ। ਹਾਂ, ਤੁਸੀਂ ਗਲਤ ਸਟੇਟਮੈਂਟ ਜਿਹੜੀ ਦੇ ਰਹੇ ਹੋ ਰਿਕਾਰਡਡ ਹੋ ਰਹੀ ਹੈ ਇਸ ਵੇਲੇ। ਹੁਣ ਤੁਸੀਂ ਇਸ ਹੁਣ ਲੜਕੇ ਨੂੰ ਰਿਸ਼ਤਾ ਰੱਖਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਇਸ ਲੜਕੇ ਨਾਲ? ਅਸੀਂ ਤਾਂ ਸਰ ਤੋੜਿਆ ਨਹੀਂ ਰਿਸ਼ਤਾ। ਓਕੇ ਗੁਰਪ੍ਰੀਤ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਮਿੰਟ ਜੀ, ਅਜਮੇਰ ਜੀ ਇੱਕ ਮਿੰਟ ਚੁੱਪ ਕਰੋ, ਲੈਟ ਮੈਨੂੰ ਗੱਲ ਕਰ ਦਿਓ। ਹਾਂ ਗੁਰਪ੍ਰੀਤ ਬੋਲੋ। ਹਾਂਜੀ ਸਰ, ਕੁੜੀ ਨੂੰ ਕਹੋ ਵੀ ਸਾਰਾ ਕੁਝ ਛੱਡ ਕੇ ਇੰਡੀਆ ਵਾਪਸ ਆ ਜੇ। ਕੁੜੀ ਨੂੰ ਕਹੋ ਕਿ ਸਾਰਾ ਕੁਝ ਛੱਡ ਕੇ ਇੰਡੀਆ ਵਾਪਸ ਆ ਜਾਵੇ। ਵਾਪਸ ਆ ਜੇ, ਮੈਂ ਸਭ ਕੁਝ ਭੁੱਲ ਜੂਗਾ ਪੈਸਾ। ਓਕੇ, ਕੁੜੀ ਹੁਣ ਵਾਪਸ ਆ ਜਾਵੇ ਤਾਂ ਸਰ ਮੇਰੀ ਇੱਕ ਗੱਲ ਸੁਣੋ, ਇਹ ਜਦੋਂ ਦੀ ਗਈ ਆ ਇਹ ਇੱਕ ਵਾਰੀ ਵੀ ਵਾਪਸ ਨਹੀਂ ਆਈ। ਇਹਦੇ ਬ੍ਰਦਰ ਦੀ ਮੈਰਿਜ ਸੀ, ਅਸੀਂ ਸਾਰੀ ਅਟੈਂਡ ਕੀਤੀ। ਮੈਂ ਇਹਨੂੰ ਕਿਹਾ ਸੀ ਮੇਰਾ ਵਾਪਸ ਆ, ਮੇਰੇ ਫਾਦਰ ਸਾਹਿਬ ਨੇ ਵੀ ਕਿਹਾ ਸੀ ਕਿ ਤੂੰ ਇੱਧਰੋਂ ਟਿਕਟ ਲੈ ਕੇ ਆ ਜਾ, ਤੈਨੂੰ ਇੱਧਰਲੀ ਟਿਕਟ ਮੈਂ ਲੈ ਕੇ ਦਊਂ। ਹਾਂ, ਇਹ ਵਾਪਸ ਨਹੀਂ ਆਈ। ਪਹਿਲਾਂ ਇਹਦਾ ਮੂਡ ਸੀ, ਮਗਰੋਂ ਮੁੱਕਰ ਗਈ। ਇਹ ਕਹਿੰਦੇ ਇੱਕ ਨਾ ਵੀ ਮੁੰਡੇ ਨੇ ਪੈਸੇ ਮੰਗਾਏ ਆ 15 ਲੱਖ ਰੁਪਈਆ। ਮੰਗਾਏ ਨਹੀਂ, ਕਹਿੰਦੇ ਮੰਗਦਾ ਮੁੰਡੇ ਪਾਸੇ 15 ਲੱਖ। ਮੰਗਦਾ, ਹਾਂਜੀ ਉਹੀ। ਕਦੋਂ ਮੰਗੇ ਆ, ਕੋਈ ਪ੍ਰੂਫ? ਅਜਮੇਰ ਸਿੰਘ, ਤੁਸੀਂ ਪੈਸੇ ਕਦੋਂ ਮੰਗੇ ਆ? ਇਹ ਕਹਿੰਦੇ ਨੇ ਇਹ ਸਾਡੇ ਕੋਲ 3.5 ਲੱਖ ਰੁਪਏ ਮੈਨੂੰ ਕੈਸ਼ ਦੇ ਚੁੱਕਿਆ ਜੀ, ਬਾਈ ਚੈੱਕ। 3.5 ਲੱਖ ਬਾਈ ਚੈੱਕ, ਉਹ ਕਿਉਂ ਦਿੱਤਾ? ਜਿਹੜੇ ਇਹਦੇ ਖਾਤੇ ਜਮਾ ਹੋਏ ਨੇ ਜੀ। ਉਹ ਕਾਹਦੇ ਵਾਸਤੇ ਪੇ ਕੀਤੇ ਤੁਸੀਂ? ਇਹ ਬਸ ਅਸੀਂ ਮਰ ਗਏ ਜੀ, ਡੁੱਬ ਗਏ, ਸਾਡੇ ਹੈਲਪ ਕਰੋ, ਸਾਡੀ ਹੈਲਪ ਕਰੋ, ਸਾਡੀ ਹੈਲਪ ਕਰੋ ਜੀ। ਹੁਣ ਮੈਂ ਇਹਨੂੰ ਕਿੱਥੋਂ ਪੈਸੇ ਦੇ ਜਾਵਾਂ ਜੀ? ਗੁਰਪ੍ਰੀਤ, ਤੁਸੀਂ 3.5 ਲੱਖ ਰੁਪਏ ਸੋਨੇ ਤੋਂ ਕਿਉਂ ਲਿਆ ਵਾਪਸ? ਸਰ ਮੈਂ ਉਹ ਦੱਸਦਾ, ਇਹਨਾਂ ਦਾ ਦੇ ਚੁੱਕਿਆ ਜੀ। ਲਾਕਡਾਊਨ ਲੱਗ ਗਿਆ ਸੀ ਤਾਂ ਦੂਜਾ ਨੋਟਬੰਦੀ ਹੋ ਗਈ ਸੀ, ਉਦੋਂ ਇਹਨਾਂ ਤੋਂ ਹੱਥ ਧਾਰੇ ਮੰਗੇ ਸੀ। ਇੱਕ ਮੇਰੀ ਗੱਲ ਸੁਣੋ ਜੀ, ਤੁਹਾਡੇ ਕੋਲੋਂ ਨਾ ਇੱਕ ਬੰਦੇ ਕੋਲੇ ਸਪੀਕਰ ਪਿੱਛੇ ਚੱਲ ਰਿਹਾ, ਸ਼ਾਇਦ ਗੁਰੂ ਘਰ ਦੇ ਵਿੱਚ ਚੱਲ ਰਿਹਾ ਹੈਗਾ, ਜਿਹਦੇ ਕੋਲੇ ਵੀ ਚੱਲ ਰਿਹਾ ਉਹਦਾ ਅੰਦਰ ਵੜ ਕੇ ਗੱਲ ਕਰੋ ਤੁਸੀਂ ਕਮਰੇ ਦੇ ਵਿੱਚ ਪਲੀਜ਼। ਨਹੀਂ, ਉਹ ਤਾਂ ਸਰ ਮੈਂ ਤਾਂ ਥੱਲੇ ਦਾ ਆਪਣੇ ਸਰ ਆ ਰਹੀ ਨਹੀਂ ਆਪਣੇ ਆਵਾਜ਼, ਮੈਂ ਤਾਂ ਹੀ ਕੋਠੇ ਤੇ ਆਇਆ ਸੀਗਾ ਸਰ, ਗੁਰਦੁਆਰਾ ਸਾਹਿਬ ਚੱਲ ਰਿਹਾ ਸੀ। ਜੇ ਗੁਰੂ ਘਰ ਚੱਲਦਾ ਤੁਸੀਂ ਕੋਠੇ ਤੇ ਕਿਉਂ ਚੜ ਗਏ? ਤੁਸੀਂ ਘਰੇ ਅੰਦਰ ਜਾਓ ਰੂਮ 'ਚ। ਨਹੀਂ, ਅੰਦਰ ਸਰ ਆਪਣੀ ਰੇਂਜ ਨਹੀਂ ਆ ਰਹੀ ਜੀ। ਅਸੀਂ ਚਲੋ ਅਵਾਇਡ ਕਰਨ ਦੀ ਕੋਸ਼ਿਸ਼ ਕਰੋ। ਅਵਾਇਡ ਕਰ ਤੁਸੀਂ 3.5 ਲੱਖ ਇਹਨਾਂ ਦੇ ਅਕਾਊਂਟ ਦੇ ਵਿੱਚ ਪਾਇਆ ਆ। ਹੁਣ ਹਾਂਜੀ, ਤੁਸੀਂ ਪਾਇਆ ਸੀ। ਗੁਰਪ੍ਰੀਤ, ਤੁਸੀਂ ਰੱਖਣਾ ਚਾਹੁੰਦੇ ਰਿਸ਼ਤਾ ਆਪਣੀ ਵਾਈਫ ਨਾਲ ਜਾਂ ਨਹੀਂ ਰੱਖਣਾ ਚਾਹੁੰਦੇ? ਸਰ ਮੈਂ ਕਦੋਂ ਮੁੱਕਰੇ ਕਦੋਂ? ਮੈਂ ਤਾਂ ਕਹਿਣਾ ਵਾ ਸਭ ਕੁਝ ਛੱਡ ਕੇ ਵਾਪਸ ਆ ਜੇ, ਮੈਂ ਰੱਖਣ ਨੂੰ ਤਿਆਰ ਹਾਂ। ਸੋ ਉਹ ਅਰਸ਼ ਦੀ ਪਾਉਣ ਨੂੰ ਤਿਆਰ ਨਹੀਂ ਗਈ। ਸਰ ਉਹਨੇ ਆਉਣਾ ਹੀ ਨਹੀਂਗਾ। ਅਜਮੇਰ ਸਿੰਘ, ਇਹਦਾ ਹੱਲ ਕੀ ਹੈ? ਲੜਕਾ ਕਹਿੰਦਾ ਕਿ ਮੈਂ ਉਹਨੂੰ ਰੱਖਣ ਨੂੰ ਤਿਆਰ ਹੈ ਕਿ ਕੈਨੇਡਾ ਚੋਂ ਛੱਡ ਕੇ ਵਾਪਸ ਆ ਜਾਵੇ ਔਰ ਸਾਨੂੰ ਕੈਨੇਡਾ ਨਹੀਂ ਚਾਹੀਦਾ। ਤੁਸੀਂ ਕਹਿਣਾ ਚਾਹੁੰਦੇ ਹੋ? ਸਰ ਮੇਰਾ ਕੋਈ ਮੇਰੇ 3 ਲੜਕੀਆਂ ਨੇ ਜੀ, 3 ਮੇਰੇ ਲੜਕੇ ਨੇ। ਹਾਂ ਹਾਂ, ਸਾਡੀ ਫੈਮਿਲੀ ਚ ਸਾਰੀ ਐਜੂਕੇਟਡ ਆ, ਸਾਡਾ ਕੋਈ ਵੀ ਬੰਦਾ ਬਾਹਰ ਨਹੀਂ ਹੈ ਜੀ, ਨਾ ਮੈਂ ਬਾਹਰ ਨੂੰ ਲੈ ਕੇ ਕਰ ਸਕਦਾ। ਓਕੇ, ਪਰ ਇਹਨਾਂ ਨੇ ਆਪਣੇ ਵਿਆਹ ਤੇ ਭੇਜੀ ਹੈ ਜੀ, ਲੜਕੀ ਨਹੀਂ ਬਾਹਰ ਭੇਜੀ ਇਹਨਾਂ ਨੇ। ਇਹਨੂੰ ਪ੍ਰਾਹੁਣੇ ਨੂੰ ਬਾਹਰ ਭੇਜਣ ਦੇ ਚਾਂਸ ਦੇ ਵਿੱਚ ਇਹਨਾਂ ਨੇ ਲੜਕੀ ਬਾਹਰ ਭੇਜੀ ਹੈ ਜੀ। ਹੁਣ ਇਹਦਾ ਚਾਂਸ ਨਹੀਂ ਬਣਿਆ, ਹੁਣ ਇਹ ਗੱਲਾਂ ਤਰ੍ਹਾਂ ਦੀ ਬਣਾ ਰਹੇ ਨੇ ਜੀ। ਸੋ ਹੁਣ ਲੜਕੀ ਜਿਹੜੀ ਆ, ਮੈਂ ਸਮਝਦਾ ਕਿ ਇਹਨਾਂ ਨੇ ਆਡਿਟ ਕਰਾਈ ਆ, ਆਡਿਟ ਕਰਾ ਕੇ ਬਾਹਰ ਭੇਜਿਆ, ਖਰਚਾ ਲਾਇਆ ਕਿਉਂਕਿ ਇਹਨਾਂ ਨੇ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਕੋਈ ਸ਼ੱਕ ਨਹੀਂ ਹੈ। ਹਾਂਜੀ ਗੁਰਪ੍ਰੀਤ, ਹਾਂਜੀ ਹਾਂਜੀ। ਹੁਣ ਤੁਸੀਂ ਦੋਸ਼ ਕੀ ਲਾ ਰਹੇ ਅਰਸ਼ਦੀਪ ਤੇ? ਸਰ ਮੈਂ ਇਹਨਾਂ ਨੇ ਨਾ ਤਾਂ ਬਲੌਕ ਮੈਨੂੰ ਕਦੋਂ ਖੋਲਿਆ, ਜਦੋਂ ਅਸੀਂ ਇਹਨਾਂ ਕੋਲੇ ਗਏ, ਇਹਨਾਂ ਨਾਲ ਗੱਲ ਹੋਈ, ਦੂਸਰੇ ਦਿਨ ਹੀ ਕੁੜੀ ਨੇ ਬਲੌਕ ਖੋਲਤਾ। ਓਕੇ, ਇਹਨਾਂ ਨੂੰ ਪੁੱਛ ਲਓ, ਇਹਨਾਂ ਕੋਲੇ ਅਸੀਂ ਫੈਮਿਲੀ ਮੈਂਬਰ ਗਏ, ਘਰ ਦੇ ਸੀ, 1-2 ਮੋਹਤਵਾਰ ਬੰਦੇ ਸੀ, ਅਸੀਂ ਗਏ ਜਦੋਂ ਇਹਨਾਂ ਕੋਲੇ, ਇਹਨਾਂ ਨਾਲ ਗੱਲ ਕੀਤੀ, ਦੂਸਰੇ ਦਿਨ ਹੀ ਫਿਰ ਉਹਦੇ ਨਾਲ ਕੁੜੀ ਨਾਲ ਗੱਲ ਵੀ ਹੋਈ। ਉੱਥੇ ਇਹਨਾਂ ਨੇ ਕੁੜੀ ਨਾਲ ਗੱਲ ਵੀ ਕਰਾਈ, ਜਿਹੜੀ ਮੇਰੀ ਨਹੀਂ ਗੱਲ ਹੋਈ, ਸਾਡੇ ਮੋਹਤਵਾਰ ਇੱਕ ਬੰਦਾ ਸੀਗਾ ਉਹਦੇ ਨਾਲ ਗੱਲ ਹੋਈ, ਜਿਹੜਾ ਮੇਰਾ ਫੈਮਿਲੀ ਰਿਲੇਟਡ ਬੰਦਾ ਸੀਗਾ, ਉਹਨਾਂ ਨਾਲ ਗੱਲ ਕੀਤੀ, ਮਗਰੋਂ ਇਹਨੇ ਦੂਜੇ ਦਿਨ ਬਲੌਕ ਖੋਲਤਾ। ਤੁਸੀਂ ਫਿਰ ਗੱਲ ਕੀਤੀ ਦੂਜੇ ਦਿਨ ਫੋਨ ਕਰਕੇ? ਮੇਰੇ ਨਾਲ ਨਹੀਂ ਗੱਲ ਕੀਤੀ, ਜਾਣੀ ਕਿ ਇਹਨੇ ਘਰੇ ਡੈਡੀ ਜੀ ਨੂੰ ਫੋਨ ਕੀਤਾ। ਤੇਰੇ ਨਾਲ ਗੱਲ ਕਿਉਂ ਨਹੀਂ ਕੀਤੀ? ਤੂੰ ਕਿਉਂ ਨਹੀਂ ਕੀਤੀ ਗੱਲ ਫਿਰ? ਮੇਰੇ ਨਾਲ ਤਾਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ।
ਇਹ ਕਹਿੰਦੀ ਵੀ ਤੁਸੀਂ ਮੇਰੇ ਫਾਦਰ ਸਾਹਿਬ ਕੋਲ ਮੇਰੀ ਬੇਇੱਜ਼ਤੀ ਕਰਵਾਤੀ, ਉਹਨਾਂ ਦੀ ਇਨਸਲਟ ਕਰਵਾਤੀ। ਨਹੀਂ, ਹੁਣ ਮੇਰੇ ਕਹਿਣ ਦਾ ਭਾਵ ਇਹ ਆ ਕਿ ਉਹ ਲੜਕੀ ਆਉਣਾ ਨਹੀਂ ਚਾਹੁੰਦੀ। ਅਜਮੇਰ ਸਿੰਘ, ਤੁਹਾਡੀ ਲੜਕੀ ਵਾਪਸ ਆਉਣ ਨੂੰ ਤਿਆਰ ਹੈ? ਗੁਰਪ੍ਰੀਤ ਕਹਿੰਦੇ ਵਾਪਸ ਆ ਅਸੀਂ ਤਾਂ ਭੇਜੀ ਨਹੀਂ ਗਈ, ਇਹਨੂੰ ਵਾਪਸ ਮੰਗਾ ਲੈਣੀ ਜੀ। ਸਾਨੂੰ ਤਾਂ ਕੋਈ ਨਾਰਾਜ਼ਗੀ ਨਹੀਂ, ਤਾਂ ਵਾਪਸ ਮੈਂ ਤਾਂ ਡੋਂਟ ਲਾਈਕ। ਓਕੇ ਗੁਰਪ੍ਰੀਤ, ਉਹ ਕਹਿੰਦੇ ਕਿ ਤੁਸੀਂ ਆਪਣੀ ਵਾਈਫ ਹੈ ਤੁਹਾਡੀ, ਤੁਸੀਂ ਵਾਪਸ ਮੰਗਾ ਲਓ। ਸਰ ਮੈਂ ਤਾਂ ਕਹਿੰਦਾ ਵਾਪਸ ਆ ਜੀ, ਉਹ ਤਾਂ ਮੇਰੇ ਨਾਲ ਤਾਂ ਗੱਲ ਹੀ ਨਹੀਂ ਹੁੰਦੀ ਉਹਨਾਂ ਦੀ। ਮੈਂ ਤੁਹਾਨੂੰ ਦੱਸੀ ਨਾ, ਸਾਲ ਲਗਭਗ ਸਾਲ ਹੀ ਹੋ ਚੁੱਕਾ ਮੇਰੇ ਨਾਲ ਗੱਲ ਨਹੀਂ ਹੋਈ। ਅਜਮੇਰ ਸਿੰਘ, ਤੁਸੀਂ ਠੀਕ ਆ, ਮੈਂ ਨਹੀਂ ਗੱਲ ਕਰਦਾ, ਜੇ ਮੈਂ ਨਹੀਂ ਫੋਨ ਕਰਦਾ ਉਹ ਤਾਂ ਕਰ ਹੀ ਸਕਦੇ ਆ। ਅਜਮੇਰ ਸਿੰਘ, ਤੁਸੀਂ ਆਪਣੀ ਲੜਕੀ ਨੂੰ ਕਿਉਂ ਨਹੀਂ ਕਹਿੰਦੇ ਕਿ ਆਪਣੇ ਹਸਬੰਡ ਨਾਲ ਗੱਲ ਕਰ ਗੁਰਪ੍ਰੀਤ ਨਾਲ? ਉਹ ਕਿਉਂ ਨਹੀਂ ਗੱਲ ਕਰਦੀ? ਸਰ ਇਹਦੀ ਮੈਡਮ ਭੇਜੂਗਾ, ਤੁਸੀਂ ਮੈਨੂੰ ਨੰਬਰ ਦੇ ਬਾਰੇ ਚੈਟਾਂ ਦੇ ਭੇਜੂਗਾ। ਇਹਦੀ ਚੈਟਾਂ ਦੇਖੋ ਉਹਨੂੰ ਕੀ ਕਹਿ ਰਿਹਾ, ਚੈਟਾਂ ਦੇ ਵਿੱਚ ਕਿਹੜਾ ਬੱਚਾ ਉਹਨੂੰ ਚੈਟਾਂ ਨੂੰ ਸੁਣ ਕੇ ਨਾਲ ਗੱਲ ਕਰ ਲੂਗਾ ਜੀ। ਕੀ ਲੈਂਦਾ? ਕਾਲਜ ਵਿੱਚ ਉਹਨੂੰ ਕਾਲਜ ਵਿੱਚ ਫੋਨ ਕਰਨਾ ਸਰ, ਜਦੋਂ ਔਰ ਵਰਕ ਹੁੰਦੀ ਹੈ, ਜਦੋਂ ਕੰਮ ਕਰਨਾ ਹੈ ਜੀ, ਘੰਟਾ ਘੰਟਾ ਛੱਡਣ ਦਿਓ। ਕੋਈ ਤੂੰ ਚੈਟ ਮੇਰੇ ਨਾਲ ਤੂੰ ਫਰੈਂਡ ਕਰ ਲਿਆ ਕਰ, ਜਿਹੜੀ ਤੇਰੇ ਕੰਮ ਆਊਗੀ। ਉਹਨੇ ਕੁੜੀ ਨੇ ਇਹਨੂੰ ਸਾਵ ਲੱਗ ਗਿਆ, ਚੈਟ ਵਿੱਚ ਕਿਹਾ ਤੂੰ ਮੇਰੇ ਨਾਲ ਉਹ ਗੱਲ ਕਰਿਆ ਜਿਹੜੀ ਤੇਰੇ ਕਿਤੇ ਕੰਮ ਆਊਗੀ। ਪਰ ਇਹ ਕਹਿੰਦਾ ਨਹੀਂ ਤੁਹਾਨੂੰ ਚੈਟ ਜੋੜੀ ਤਾਂ ਕੋਈ ਲੋੜ ਨਹੀਂ, ਹੁਣ ਤੇਰੇ ਨਾਲ ਜੋ ਕੁਝ ਹੋਣ ਵਾਲਾ ਵਾ ਉਹ ਤੈਨੂੰ ਪਤਾ ਵੀ ਨਹੀਂ ਕੀ ਹੋਣਾ। ਇਹ ਆ ਕਹਿ ਰਹੇ ਚੈਟ ਵਿੱਚ, ਮੈਂ ਤੁਹਾਨੂੰ ਚੈਟ ਵੀ ਭੇਜ ਦੂੰਗਾ ਸਰ। Right now I am not Okay. available to take your So, call. ਤੁਹਾਡੀ- Please leave your message. I will get back to you. Thank you so much. Have a good one. ਸੋ ਅਸੀਂ ਹੁਣ ਅੰਡਰਸਟੈਂਡ ਕਰਨਾ ਚਾਹਾਂਗੇ ਕਿ ਇਹ ਸਿਚੁਏਸ਼ਨ ਜਿਹੜੀ ਕੀ ਹੈ। ਗੁਰਪ੍ਰੀਤ, ਤੁਹਾਡੀ ਵਾਈਫ ਵਾਪਸ ਨਹੀਂ ਆਉਣਾ ਚਾਹੁੰਦੀ, ਫੋਨ ਅਟੈਂਡ ਨਹੀਂ ਕਰਦੀ, ਤੁਸੀਂ ਪੁਲਿਸ ਨੂੰ ਕੇਸ ਦੇ ਕੇ ਪੁਲਿਸ ਨੇ ਆਲਰੇਡੀ ਚਾਰਜ ਲਾਤੇ ਨੇ, ਤੇ ਹੁਣ ਤੁਹਾਡਾ ਕੇਸ ਜਿਹੜਾ ਹੈ ਇਹ ਕ੍ਰਿਮੀਨਲ ਜਿਹੜਾ ਆ ਉਹ ਥੱਲੇ ਚਾਰਜਸ ਨੇ। ਜਦੋਂ ਵੀ ਤੁਹਾਡੀ ਵਾਈਫ ਜਾਊਗੀ ਔਰ ਤੁਸੀਂ ਇਹਨਾਂ ਨੂੰ ਪਾਸਪੋਰਟ ਕੈਂਸਲ ਕਰ ਸਕਦੇ ਹੋ ਲੜਕੀ ਦਾ, ਤੇ ਇਹਦਾ ਜਿਹੜਾ ਪੁਲਿਸ ਸਕਰੀਨ ਸਰਟੀਫਿਕੇਟ ਜਿਹੜਾ ਉਹ ਇਸ਼ੂ ਨਹੀਂ ਹੋਣਾ, ਤੇ ਇਹਨੂੰ ਇਮੀਗ੍ਰੇਸ਼ਨ ਕੈਨੇਡਾ ਨਹੀਂ ਮਿਲਣੀ। ਨਹੀਂ ਅਜਮੇਰ ਸਿੰਘ, ਅਗਰ ਜੇ ਤੁਸੀਂ ਸਮਝੌਤਾ ਨਾ ਕਰਾਇਆ ਤੁਹਾਡੀ ਲੜਕੀ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਨਹੀਂ ਮਿਲਣੀ। ਇਹ ਫਰਾਡ ਦੇ ਵਿੱਚ ਲੱਗਦਾ। ਮੈਂ ਤਾਂ ਸਾਰੇ ਨੂੰ ਕਹਿੰਦਾ ਇਹਨਾਂ ਦੀ ਮੇਰੀ ਲੜਕੀ ਇਹਨਾਂ ਦੀ ਨੋਹ ਵੀ ਲਾ ਸਰ, ਮੇਰੀ ਲੜਕੀ ਕੱਲੀ ਦੀ ਸਾਰੇ ਨਾਲ ਨੋਹ ਵੀ ਆ। ਜੇ ਨਹੀਂ ਚਾਹੇ ਤਾਂ ਵਾਪਸ ਦਓ, ਕੋਈ ਐਸੀ ਗੱਲ ਨਹੀਂ। ਨਹੀਂ ਸਾਨੂੰ ਕੋਈ ਗੱਲ ਨਹੀਂ ਜੀ। ਨਹੀਂ, ਪ੍ਰੋਬਲਮ ਇਹ ਹੈ ਕਿ ਤੁਹਾਡੀ ਲੜਕੀ ਦੇ ਉੱਪਰ ਕੇਸ ਜਿਹੜਾ ਰਜਿਸਟਰ ਹੋ ਗਿਆ 420, ਤੇ ਜਦੋਂ ਵੀ ਇੰਡੀਆ ਆਊਗੀ ਅਰੈਸਟ ਹੋਊਗੀ। ਨੰਬਰ 2, ਇਹਦਾ ਪਾਸਪੋਰਟ ਇੰਡੀਅਨ ਉਹ ਕੈਂਸਲ ਹੋ ਜਾਣਾ। ਨੰਬਰ 3, ਕੈਨੇਡਾ ਇਮੀਗ੍ਰੇਸ਼ਨ ਮਿਲਣੀ ਨਹੀਂ, ਕਿਉਂਕਿ ਇਹਨੇ ਫਰਾਡ ਕੀਤਾ ਤੁਹਾਡੀ ਲੜਕੀ ਨੇ, ਕਿਉਂਕਿ ਇਹ ਹੁਣ ਇਹ CBSE ਡਿਪਾਰਟਮੈਂਟ ਨੂੰ ਦੇਣਗੇ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਕਿ ਮੇਰੇ ਨਾਲ ਫਰਾਡ ਕਰਕੇ ਆਇਆ ਇੱਥੇ। ਹਾਂਜੀ, ਸੋ ਇਹਦਾ ਹੱਲ ਕੀ ਹੈ? ਤੁਹਾਡੀ ਲੜਕੀ ਜਿਹੜੀ ਹੈ ਟਿਕਟੌਕ ਦੇ ਉੱਪਰ ਕਿਹੋ ਜਿਹੇ ਕੰਮ ਕਰਦੀ ਹੈ? ਇੱਕ ਸ਼ਾਦੀशुदा ਲੜਕੀ ਨੂੰ ਤੁਸੀਂ ਸਮਝਾ ਨਹੀਂ ਸਕਦੇ ਕਿਵੇਂ ਉਹਦਾ ਹਸਬੰਡ ਟਾਲਰੇਟ ਕਰੂਗਾ? ਇਹ ਜ਼ਿੰਮੇਵਾਰ ਤਾਂ ਆਪੇ ਦੀ ਬਣਦੀ ਨਾ, ਮਾਂ ਪਿਓ ਦੀ ਬਣਦੀ ਆ ਲੜਕੀ ਨੂੰ ਸਮਝਾਉਣ ਦੀ। ਮੇਰੀ ਇੱਕ ਗੱਲ ਸੁਣੋ, ਨਾ ਇਹਨਾਂ ਨੇ ਮੈਨੂੰ WhatsApp ਤੋਂ ਬਲੌਕ ਕੀਤਾ, ਇਹਨਾਂ ਦੀ ਇੱਕ ਦਿਨ Facebook ਮੈਂ ਵੇਖ ਲਈ, ਮੈਂ ਇਹਨਾਂ ਨੂੰ ਰਿਕੁਐਸਟ ਭੇਜੀ, ਇਹਨਾਂ ਨੇ ਰਿਕੁਐਸਟ ਐਕਸੈਪਟ ਨਹੀਂ ਕੀਤੀ ਗਈ। ਜਿਨ੍ਹਾਂ ਨੇ ਇੱਥੋਂ ਤੱਕ ਜਿਹੜੀ ਟਿਕਟੌਕ ਬਣਾਉਂਦੀ ਆ ਉਹ ਵੀ ਮੇਰੇ ਪਾਸੇ ਹੀ ਮਿਲੀ ਆ। ਅਜਮੇਰ ਸਿੰਘ, ਤੁਸੀਂ ਦੇਖਿਆ ਤੁਹਾਡੀ ਧੀ ਟਿਕਟੌਕ ਕਿਹੋ ਜਿਹਾ ਬਣਾਉਂਦੀ ਆ? ਇੱਕ ਸ਼ਾਦੀ ਤੁਸੀਂ ਨਾ ਮੈਂ ਕੋਈ ਨਹੀਂ ਦੇਖਿਆ ਅੱਜ ਤੱਕ। ਤੁਸੀਂ ਦੇਖ ਕੇ ਮਤਲਬ ਤੁਹਾਡਾ ਸ਼ਰਮ ਨਾਲ ਸਿਰ ਝੁਕੂਗਾ ਕਿ ਮੇਰੀ ਧੀ ਆਹ ਕੰਮ ਕਰ ਰਹੀ ਹੈ। ਸ਼ਾਦੀ ਕੀਤੀ ਹੋਵੇ ਬੱਚੇ ਦੀ ਤੇ ਉਹ ਆਹ ਕੰਮ ਕਰਦੀ ਹੋਵੇ, ਤੁਸੀਂ ਮਤਲਬ ਐਕਸੈਪਟ ਕਰ ਲਓਗੇ? ਨਹੀਂ ਸਰ, ਗੱਲ ਪਤਾ ਕੀ ਆ, ਇੱਕ ਪਲੀਜ਼ ਮੇਰੀ ਗੱਲ ਸੁਣੋ ਸਰ। ਇਹਨਾਂ ਨੇ ਸਰ ਜਦੋਂ ਨਾ ਲੜਕੀ ਬਾਹਰ ਭੇਜੀ ਹੈ ਨਾ ਸਰ, ਉਸ ਟਾਈਮ ਇਹ ਸਟਰਕਚਰ ਨੇ ਉਹਦੀ ਅਬੋਰਸ਼ਨ ਕਰਕੇ ਭੇਜੀ ਹੈ ਜੀ। ਉਹ ਇਹਦੀ ਬੱਚੇ ਦੀ ਮਾਂ ਬਾਪ ਨਾਲ ਹੀ ਸੀਗੀ ਜੀ। ਬੱਚੇ ਦੀ ਮਾਂ ਬਣ ਅਬੋਰਸ਼ਨ ਕਿਉਂ ਕਰਾਇਆ? ਇਹਦੇ ਬੱਚੇ ਇਹਦੇ ਗੁਰਪ੍ਰੀਤ ਨੇ ਕਰਾਇਆ ਅਬੋਰਸ਼ਨ। ਗੁਰਪ੍ਰੀਤ ਕਿਵੇਂ ਕਰਾ ਸਕਦਾ? ਤੇ ਮਾਂ ਜਿਹੜੀ ਹੈ ਮਤਲਬ ਮਾਂ ਦੀ ਮਰਜ਼ੀ ਆ ਅਬੋਰਸ਼ਨ ਕਰਾਉਣਾ, ਹਸਬੰਡ ਕਿਵੇਂ ਕਰਾ ਸਕਦਾ? ਨਹੀਂ ਸਰ, ਉਹਨੂੰ ਬਸ ਇਹੀ ਬਾਤ ਲੈ, ਜੇ ਤੂੰ ਅਬੋਰਸ਼ਨ ਨਹੀਂ ਕਰੇਗੀ ਤੂੰ ਬਾਹਰ ਜਾ ਪਾਏਗੀ, ਤਾਂ ਮੈਂ ਨਹੀਂ ਬਾਹਰ ਜਾਊਂਗਾ, ਮੈਂ ਤਾਂ ਛੱਡ ਦੂੰਗਾ ਜੀ। ਇਹ ਗੁਰਪ੍ਰੀਤ ਇੰਨੀ ਪੜ੍ਹੀ ਲਿਖੀ ਜਵਾਕ, ਇੱਕ ਤਾਂ ਹੁੰਦਾ ਬੱਚੇ ਨੂੰ ਆਪਾਂ ਕਰਵਾ ਸਕਦੇ ਆ, ਐਡੀ ਪੜ੍ਹੀ ਲਿਖੀ ਗੱਲ ਨਹੀਂ ਕੀਤੀ ਹੈਗੀ। ਇਹਨੂੰ ਲੈ ਲੈ ਚੈੱਕ ਦੇ ਬਾਰੇ ਇਹਨੇ ਕਿਸੇ ਨੇ ਦੱਸਿਆ ਕਿ ਨਹੀਂ? ਜਿਹੜੀ ਗੁਰਪ੍ਰੀਤ ਤੁਸੀਂ ਅਬੋਰਸ਼ਨ ਆਪ ਕਰਾਇਆ? ਸਰ ਮੈਂ ਇਹੀ ਕਹਿਣਾ ਨਾ, ਜੇ ਕਹਿੰਦੇ ਆ ਵੀ ਕਰਵਾਇਆ ਤੇ ਮੈਨੂੰ ਇਹ ਦੱਸੋ ਕਿ ਐਡੀ ਵੱਡੀ ਕੁੜੀ ਦਾ ਕੋਈ ਧੱਕੇ ਨਾਲ ਅਬੋਰਸ਼ਨ ਕਰਵਾ ਦੂਗਾ ਹੀ? ਆਈ ਡੋਂਟ ਨੋ। ਸੋ ਚੱਕਰ ਕੀ ਹੈ? ਅਜਮੇਰ ਸਿੰਘ, ਦੇਖੋ ਤੁਸੀਂ ਕੁਝ ਬਹਾਨੇ ਜਿਹੜੇ ਆ ਉਹ ਬਣਾ ਰਹੇ ਹੋ, ਔਰ ਲੜਕੀ ਬਿਲਕੁਲ ਆ ਔਰ ਟਿਕਟੌਕ ਜਿਹੜੇ ਬਣਾਉਂਦੀ ਆ ਇਹ ਐਕਸੈਪਟੇਬਲ ਨਹੀਂ ਹੈ। ਮਤਲਬ ਕਿ ਕੁੜੀ ਜਿਹੜੀ ਆ ਗੁਰਪ੍ਰੀਤ ਦੇ ਹੱਥੋਂ ਨਿਕਲ ਚੁੱਕੀ ਆ, ਅੱਜ ਤੁਹਾਡੇ ਕਹਿਣੇ ਦੇ ਵਿੱਚ ਹੈ, ਪਰ ਉਹ ਕੁੜੀ ਇਹਨਾਂ ਰਹਿਣਾ ਨਹੀਂ ਚਾਹੁੰਦੀ। ਹੁਣ ਜਿਸ ਕਰਕੇ ਤੁਹਾਡੇ ਤੇ ਕੇਸ ਹੈ, ਆਮ ਟੈਲਿੰਗ ਯੂ, ਕੁੜੀ ਦਾ ਪਾਸਪੋਰਟ ਇੰਡੀਅਨ ਕੈਂਸਲ ਹੋ ਜਾਣਾ, ਇਮੀਗ੍ਰੇਸ਼ਨ ਨੂੰ ਮਿਲਣੀ ਨਹੀਂ ਗੀ,
ਕਿਉਂਕਿ ਇਹਦੇ ਜਿਹੜਾ ਪੁਲਿਸ ਸਰਟੀਫਿਕੇਟ ਮੰਗਣਾ ਹੈ, ਕਲੀਅਰੈਂਸ ਮਿਲਣਾ, ਕੋਈ ਕ੍ਰਾਈਮ ਤਾਂ ਨਹੀਂ ਕੀਤਾ ਹੋਇਆ, ਤੇ 420 ਵਿੱਚ ਆਲਰੇਡੀ ਚਾਰਜ ਲੱਗੇ ਹੋਏ ਨੇ ਔਰ ਤੁਸੀਂ ਜ਼ਮਾਨਤ ਤੇ ਬਾਹਰ ਹੋ। ਔਰ ਹੋ ਸਕਦਾ ਕਿ ਤੁਹਾਨੂੰ ਜੇਲ੍ਹ ਕਿੰਨੇ ਚਿਰ ਦੀ ਹੋਣੀ ਨਹੀਂ ਹੋਣੀ ਇਹ ਵੱਖਰੀ ਗੱਲ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਕੋਰਟ ਕਚਹਿਰੀ ਵਿੱਚ ਤੁਹਾਨੂੰ ਜਾਣਾ ਪਊਗਾ। ਸੋ ਇਹਦਾ ਹੱਲ ਇਹ ਹੈ ਕਿ ਆਪਣੀ ਲੜਕੀ ਨੂੰ ਕਹੋ ਕਿ ਪ੍ਰੋਪਰ ਲੜਕੇ ਨੂੰ ਇਹ ਤਾਲਮੇਲ ਰੱਖੇ, ਔਰ ਤੁਸੀਂ ਆਪਣੀ ਲੜਕੀ ਨੂੰ ਕਹੋ ਕਿ ਲੜਕੇ ਦੇ ਨਾਲ ਸੰਪਰਕ ਵਿੱਚ ਰਹੇ ਅਤੇ ਉਹਨੂੰ ਸਪਾਂਸਰ ਕਰੇ। ਤੁਸੀਂ ਕਹਿਣ ਨੂੰ ਤਿਆਰ ਹੋ ਆਪਣੀ ਲੜਕੀ ਨੂੰ ਜਾਂ ਨਹੀਂ? ਨਹੀਂ ਸਰ, ਅਸੀਂ ਤਾਂ ਇਹਨਾਂ ਦੇ ਨਾਲ ਲਾਸਟ ਤੱਕ ਵਰਤਦੇ ਰਹਿ ਰਹੇ। ਜਨਵਰੀ 21 ਦੇ ਵਿੱਚ ਇਹਦੇ ਭਰਾ ਦਾ ਵਿਆਹ ਜੀ, ਗੁਰਬਖਸ਼ ਦੇ ਵਿਆਹ ਤੇ ਵੀ ਜਾ ਕੇ ਆਏ ਸਰ। ਹਰੇਕ ਵਾਰੀ ਸਾਲ 'ਚ 3 ਵਾਰੀ ਤਿਉਹਾਰ ਲੜਕੀ ਨੂੰ ਦੇ ਕੇ ਆਉਂਦੇ। ਸਾਲ ਕੇ ਸਾਡੀ ਲੜਕੀ ਬਾਹਰ ਆ, ਫਿਰ ਵੀ ਇਹਨਾਂ ਦਾ ਮਿਲਵਰਤਨ ਰੱਖਦੇ ਸੀ। ਇਹਨਾਂ ਨੇ ਸਤੰਬਰ 21 ਵਿੱਚ ਆ ਕੇ ਸਾਡੇ ਪਰਚਾ ਵਾਲੀ ਸਾਨੂੰ ਉੱਥੇ ਥਾਣੇ ਕਚਹਿਰੀ 'ਚ ਘਮਾਤਾ, ਫਿਰ ਅਸੀਂ ਜਾਣਾ ਬੰਦ ਕਰ ਦਿੱਤਾ। ਓਕੇ, ਲਾਈਨ ਨੂੰ ਹੋਲਡ ਰੱਖੋ। ਅਸੀਂ ਪਬਲਿਕ ਵੀ ਲੈਣ ਚਾਹਾਂਗੇ ਕਿ ਕਸੂਰ ਤੁਹਾਨੂੰ